ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਕੇ ਤਿਕ ਦਿਵਸ ਬੀਤ ਗਏ ਤਿਸ ਥਾਨ। ਪ੍ਰਗਟ ਹੈ ਜਗ ਮਹਿ ਨਹਿ ਅਧਿਕ ਸ਼੍ਰੀ ਅੰਗਦ ਗੁਣ ਖਾਨ। ਇਸ ਪ੍ਰਕਾਰ ਕੇ ਤਕ ਦਿਵਸ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੀਗੇ। ਥਿਰ ਘਰ ਬੈਸਹੁ ਹਰਿ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਆਓ ਸਾਰੀ ਸੰਗਤ ਦਾਸ ਦੀ ਤੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਲਵਾਓ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਮਹਾਰਾਜ ਗਰੀਬ ਨਵਾਜ ਜੀ ਦੇ ਬੇਅੰਤ ਗੁਣ ਹਨ ਬੇਅੰਤ ਗੁਣ ਹਨ। ਉਹ ਗੁਣ ਆਪ ਜੀ ਨੇ ਸਰਵਣ ਕੀਤੇ। ਬੇਅੰਤਾ ਬੇਅੰਤ ਗੁਣ ਤੇਰੇ। ਹਜੂਰ ਗਰੀਬ ਨਵਾਜ ਕਿਸ ਤਰ੍ਹਾਂ ਗੁਪਤ ਰਹਿ ਕੇ ਬੜੀ ਵੱਡੀ ਸ਼ਕਤੀ ਨੂੰ ਜਰ ਕੇ ਬੈਠੇ ਹੋਏ ਹਨ। ਆਉਣ ਜਾਣ ਵਾਲਿਆਂ ਨੂੰ ਵੀ ਇਹੋ ਹੀ ਉਪਦੇਸ਼ ਦਿੰਦੇ ਆ ਭਾਈ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਪਰ ਗੁਪਤ ਰਹਿਣਾ ਹੈ ਕਿਸੇ ਨੂੰ ਦੱਸਣਾ ਨਹੀਂ ਹੈ ਰੌਲਾ ਨਹੀਂ ਪਾਉਣਾ। ਸੰਗਤ ਜੀ ਇਹ ਕੁਦਰਤੀ ਗੱਲ ਹੈ ਜਦੋਂ ਬੰਦੇ ਨੂੰ ਥੋੜ੍ਹੀ ਬਹੁਤੀ ਸ਼ਕਤੀ ਸਿੱਧੀ ਪ੍ਰਾਪਤੀ ਹੁੰਦੀ ਹੈ ਜਿਹਦੇ ਕੋਲ ਸਾਧੂ ਦੀ ਸੰਗਤ ਨਹੀਂ ਹੈ ਗੁਰੂ ਦੀ ਸੰਗਤ ਨਹੀਂ ਹੈ ਉਹ ਬੰਦਾ ਰੌਲਾ ਪਾਉਣ ਲੱਗ ਪੈਂਦਾ ਹੈ। ਜਦੋਂ ਬੰਦਾ ਰੌਲਾ ਪਾਉਣ ਲੱਗ ਪੈਂਦਾ ਫਿਰ ਸਾਧ ਸੰਗਤ ਜੀ ਹੌਲੀ ਹੌਲੀ ਸਭ ਕੁਝ ਖਤਮ ਹੋਣ ਲੱਗ ਪੈਂਦਾ ਹੈ। ਗੁਪਤ ਰਹਿ ਕੇ ਸੇਵਾ ਸਿਮਰਨ ਬੰਦਾ ਕਰੀ ਜਾਵੇ ਉਹਦੀ ਬੜੀ ਵੱਡੀ ਸਾਧ ਸੰਗਤ ਦੀ ਪ੍ਰਾਪਤੀ ਹੈ ਅਤੇ ਬੜਾ ਵੱਡਾ ਸੁੱਖ ਹੈ ਜੀ ਉਹਦਾ ਜੀ। ਮਹਾਰਾਜ ਗਰੀਬ ਨਵਾਜ ਸੇਵਕਾਂ ਨੂੰ ਕਹਿੰਦੇ ਭਾਈ ਆਪਣੇ ਆਪ ਨੂੰ ਵਾਹਿਗੁਰੂ ਦੇ ਸੇਵਕ ਜਾਣ ਕੇ ਕਹਿਣਾ ਹੇ ਵਾਹਿਗੁਰੂ ਅਸੀਂ ਤੁਹਾਡੇ ਸੇਵਕ ਹਾਂ। ਇਸ ਤਰੀਕੇ ਦੇ ਜਿਹੜੇ ਬਚਨ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ। ਬੜੀ ਹੀ ਨਿਮਰਤਾ ਮਹਾਰਾਜ ਆਪਣੇ ਸੇਵਕਾਂ ਸਿੱਖਾਂ ਪਿਆਰਿਆਂ ਨੂੰ ਸਿਖਾਉਂਦੇ ਆ। ਇੰਨੀ ਨਿਮਰਤਾ ਜੇ ਸੱਚੀ ਵਿੱਚ ਅਸੀਂ ਧਾਰਨ ਕਰ ਲਈਏ
ਤੇ ਸਾਧ ਸੰਗਤ ਜੀ ਸਾਡਾ ਵਾਕਈ ਬੜਾ ਭਲਾ ਹੋ ਜਾਏਗਾ। ਹੁਣ ਇਹਦੇ ਤੋਂ ਅੱਗੇ ਕਥਾ ਵਿਚਾਰ ਆਪਾਂ ਸਰਵਣ ਕਰਨੀ ਹੈ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਇਸ ਪ੍ਰਕਾਰ ਕੇ ਤਕ ਦਿਵਸ ਬੀਤ ਗਏ ਤਿਸ ਥਾਨ। ਇਸ ਤਰੀਕੇ ਨਾਲ ਕਾਫੀ ਲੰਮਾ ਸਮਾਂ ਹੋ ਗਿਆ। ਹਜੂਰ ਗਰੀਬ ਨਵਾਜ ਖਡੂਰ ਸਾਹਿਬ ਜੀ ਦੀ ਧਰਤੀ ਤੇ ਰਹਿ ਕੇ ਸਿੱਖ ਸੰਗਤਾਂ ਨੂੰ ਧਾਰ ਰਹੇ ਹਨ। ਪ੍ਰਗਟੇ ਜਗ ਮਹਿ ਨਹਿ ਅਧਿਕ ਸ਼੍ਰੀ ਅੰਗਦ ਗੁਣ ਖਾਨ। ਪਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਪਤ ਹੀ ਰਹੇ ਜੀ, ਗੁਪਤ ਹੀ ਰਹੇ ਹੈ, ਬਹੁਤੇ ਪ੍ਰਗਟ ਨਹੀਂ ਹੋਏ ਜੀ। ਆਪਣਾ ਨਾ ਕਿਸੇ ਨੂੰ ਕਰਾਮਾਤ ਵਿਖਾਈ। ਤੁਹਾਨੂੰ ਪਤਾ ਮਾੜੀ ਜੀ ਕਰਾਮਾਤ ਲੋਕਾਂ ਨੂੰ ਵਿਖਾ ਦਿਓ, ਲੋਕ ਮਗਰ ਲੱਗ ਜਾਂਦੇ ਜੀ। ਮਹਾਰਾਜ ਨੇ ਕੋਈ ਕਰਾਮਾਤ ਨਹੀਂ ਵਿਖਾਈ ਜੀ। ਜੋ ਸੁੱਤੇ ਸਿੱਧ ਵਰਤਦਾ ਰਿਹਾ ਉਹ ਠੀਕ ਹੈ। ਮਹਾਰਾਜ ਗੁਪਤ ਰਹੇ ਸੱਚੇ ਪਾਤਸ਼ਾਹ। ਹਾਂਜੀ। ਚੌਪਈ ਇੱਕ ਖਡੂਰ ਮਹਿ ਤਪਾ ਰਹਿਤ ਹੈ। ਇੱਕ ਖਡੂਰ ਸਾਹਿਬ ਦੇ ਵਿੱਚ ਤਪਾ ਰਹਿੰਦਾ ਹੈ ਜੀ, ਤਪਾ ਰਹਿੰਦਾ। ਤਪਾ ਹੁੰਦਾ ਥੋੜੀ ਬਹੁਤੀ ਤਪੱਸਿਆ ਕਰਨ ਵਾਲਾ, ਤੇ ਜਿਹਦੇ ਕੋਲ ਮਾੜੀ ਮੋਟੀ ਬਚਨ ਸਿੱਧੀ ਹੋਵੇ, ਤਾਕਤ ਹੋਵੇ ਜੀ। ਆਪਣੀ ਸਤੁਤ ਜੋ ਸਦਾ ਕਹਿਤ ਹੈ। ਤੇ ਉਹ ਨਾ ਜੀ ਆਪਣੀ ਉਸਤਤ ਕਰਦਾ ਰਹਿੰਦਾ ਜੀ। ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਜੀ, ਹਾਂਜੀ, ਆਪਣੀ ਸਿਫਤ ਆਪੇ ਹੀ ਕਰੀ ਜਾਣੀ ਜੀ, ਆਪਣੇ ਆਪ ਨੂੰ ਹੀ ਸੰਤ ਮਹਾਤਮਾ ਆਪੇ ਆਖੀ ਜਾਣਾ ਜੀ। ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਵੀ ਮੈਂ ਬੜਾ ਚੰਗਾ ਹੈਗਾ, ਮੇਰੇ ਵਰਗਾ ਹੋਰ ਕੋਈ ਨਹੀਂ ਹੈਗਾ ਜੀ। ਹਾਂਜੀ। ਇੱਕ ਬੰਦਾ ਹਉਮੈ ਨਾਲ ਭਰਿਆ ਪਿਆ ਤੇ ਪ੍ਰਚਾਰ ਕਰਨ ਦਿਆ ਵੀ ਮੇਰੇ 'ਚ ਹਉਮੈ ਨਹੀਂ ਹੈਗੀ ਜੀ। ਹਾਂਜੀ। ਤੇ ਸਾਹਮਣੇ ਬੈਠੇ ਬੰਦੇ ਨੇ ਆਖਿਆ ਵੀ ਆਪ ਨਹੀਂ ਪਤਾ ਲੱਗਦਾ, ਦੂਜਾ ਹੀ ਦੱਸਦਾ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਤੇ ਪ੍ਰਚਾਰ ਕਰਦਾ ਆਪਣਾ ਜੀ। ਇਹ ਜਿਹੜਾ ਤਪਾ ਨਾ ਜੀ, ਇਹ ਆਪਣਾ ਪ੍ਰਚਾਰ ਆਪ ਬੜਿਆ ਕਰਿਆ ਕਰੇ ਜੀ। ਹਾਂਜੀ। ਜੰਤਰ ਮੰਤਰ ਕਰਬੇ ਜਿਸ ਆਵੈ। ਥੋੜੇ ਬਹੁਤੇ ਜੰਤਰ ਮੰਤਰ ਵੀ ਕਰਨੇ ਆਉਂਦੇ ਸੀਗੇ ਜੀ, ਮਾੜੇ ਮੋਟੇ ਜੰਤਰ ਮੰਤਰ ਕਰ ਲੈਂਦਾ ਸੀਗਾ। ਹਾਂਜੀ। ਲੋਕਨ ਵਿਖੈ ਪਖੰਡ ਕਮਾਵੈ। ਤੇ ਲੋਕਾਂ ਦੇ ਵਿੱਚ ਪਖੰਡ ਕਰਦਾ ਸੀਗਾ ਜੀ, ਪਖੰਡ ਕਰਦਾ ਸੀਗਾ, ਤੋਰੀ ਫੁਰਕਾ ਚੱਲਦਾ ਸੀਗਾ ਔਰ। ਹਾਂਜੀ। ਬਹੁਤੇ ਨਰ ਜਿਸ ਮਨ ਹੈ ਆਨ। ਹੁਣ ਹੌਲੀ ਹੌਲੀ ਲੋਕ ਉਹਨੂੰ ਮੰਨਣ ਲੱਗ ਪਏ ਜੀ। ਜੰਤਰ ਮੰਤਰ ਸੀਗੇ ਉਹਦੇ ਕੋਲ ਜੀ। ਖਡੂਰ ਸਾਹਿਬ ਦੇ ਲੋਕ ਹੀ ਉਹਨੂੰ ਮੰਨਣ ਲੱਗ ਪਏ। ਵੇਖ ਲਓ ਭਾਗਾਂ ਦੀ ਨਿਸ਼ਾਨੀ ਹੈ ਨਾ ਜੀ। ਖਡੂਰ ਸਾਹਿਬ ਵਿੱਚ ਹੀ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਆਪ ਪਰਮੇਸ਼ਰ, ਆਪ ਰੱਬ ਸੁਭਾਏਮਾਨ ਨੇ, ਤੇ ਲੋਕ ਉਹ ਤਪੇ ਨੂੰ ਮੰਨਣ ਲੱਗ ਪਏ ਜੀ। ਹਾਂਜੀ। ਚਰਨ ਧਰਹਿ ਜਿਸ ਸਿਰ ਨਮੋ ਬਖਾਨ। ਉਹਨੂੰ ਜਾ ਜਾ ਲੋਕ ਮੱਥਾ ਟੇਕਣ ਲੱਗ ਪਏ ਜੀ, ਨਮਸਕਾਰਾਂ ਕਰਨ ਲੱਗ ਪਏ। ਹਾਂਜੀ। ਜਿਸ ਕੋ ਕਹਿਓ ਕਰਹਿ ਸਭ ਕੋਏ। ਉਹਦੇ ਕਹੇ ਅਨੁਸਾਰ ਲੋਕ ਚੱਲਣ ਲੱਗ ਪਏ ਜੀ। ਜਿਵੇਂ ਉਹਨੇ ਕਹਿਣਾ ਲੋਕਾਂ ਨੇ ਉਵੇਂ ਕਰਨਾ ਜੀ। ਹਾਂਜੀ। ਬਹੁਤ ਭਾਂਤ ਤਿਸ ਪੂਜਾ ਹੋਏ। ਤੇ ਬੜੇ ਤਰੀਕਿਆਂ ਨਾਲ ਉਹਦੀ ਪੂਜਾ ਹੋਣ ਲੱਗ ਪਈ ਜੀ, ਉਸ ਤਪੇ ਦੀ ਜੀ। ਇਹ ਜੰਤਰਾਂ ਮੰਤਰਾਂ ਵਾਲੀ ਜਿਹੜੀ ਖੇਡ ਹੈ ਨਾ ਜੀ, ਬਹੁਤੇ ਲੰਮਾ ਸਮਾਂ ਨਹੀਂ ਚੱਲਦੀ। ਲੰਮਾ ਸਮਾਂ ਤੇ ਨਾਮ ਹੀ ਚੱਲਦਾ ਜੀ। ਹਾਂਜੀ। ਖਹਿਰੇ ਜਾਟ ਖਡੂਰ ਮਝਾਰ। ਤੇ ਖਡੂਰ ਸਾਹਿਬ 'ਚ ਕਿਸਾਨ ਰਹਿੰਦੇ ਆ, ਤੇ ਜਿਨ੍ਹਾਂ ਦੀ ਗੋਤ ਹੈ ਖਹਿਰੇ। ਖਹਿਰੇ ਪਰਿਵਾਰ ਹੈਗੇ ਆ, ਬੱਸਾਂ ਚੱਲਦੀਆਂ ਖਹਿਰਿਆਂ ਦੀਆਂ। ਖਹਿਰੇ ਰਹਿੰਦੇ ਜੀ, ਖਹਿਰੇ ਗੋਤ ਦੇ ਕਿਸਾਨ ਰਹਿੰਦੇ ਜੀ। ਹਾਂਜੀ। ਬਸਤ ਹੁਤੇ ਸਹਿ ਵੱਡ ਪਰਿਵਾਰ। ਤੇ ਬੜਾ ਵੱਡੇ ਵੱਡੇ ਪਰਿਵਾਰ ਸਨ ਖਹਿਰਿਆਂ ਦੇ ਜੀ ਖਡੂਰ ਸਾਹਿਬ 'ਚ। ਹਾਂਜੀ। ਸਰਬ ਤਪੇ ਕੀ ਆਇਸ ਮਨ ਹੈ। ਉਹ ਕਰਦਿਆਂ ਕਰਦਿਆਂ ਸਾਰੇ ਖਹਿਰੇ ਜੱਟ
ਉਸ ਤਪੇ ਦੀ ਆਗਿਆ ਮੰਨਣ ਲੱਗ ਪਏ ਜੀ। ਹਾਂਜੀ, ਅਨਿਕ ਉਪਾਇਨ ਦੇਵਨ ਠੰਨ ਹੈ। ਭੇਟਾਵਾਂ ਦੇਣੀਆਂ, ਆਏ ਦਿਨ ਕੋਈ ਨਾ ਕੋਈ ਉਹਨੂੰ ਵਸਤੂ ਭੇਟਾ ਕਰ ਛੱਡਣੀ ਜੀ। ਹਾਂਜੀ, ਦੁਗਧ ਦਦੀ ਘ੍ਰਿਤ ਅਰ ਮਿਸ਼ਟਾਨਾ। ਲਓ ਜੀ, ਹੁਣ ਤੇ ਦੁੱਧ ਪਹੁੰਚਣ ਲੱਗ ਪਿਆ, ਦਹੀਂ ਪਹੁੰਚਣ ਲੱਗ ਪਿਆ, ਘਿਓ ਗੁੜ ਪਹੁੰਚਣ ਲੱਗ ਪਿਆ ਜੀ। ਹਾਂਜੀ, ਪਰਬਨ ਵਿਖੈ ਲਿਆਏ ਤਨ ਧਾਨਾ। ਤੇ ਤਿਉਹਾਰਾਂ ਤੇ ਖੂਬ ਮਾਇਆ ਇਕੱਠੀ ਹੋਣੀ ਜੀ, ਤੇ ਮੇਲਾ ਲੱਗ ਜਾਣਾ ਜੀ। ਤੇ ਉਸੇ ਹੀ ਖਡੂਰ ਸਾਹਿਬ 'ਚ ਆਪ ਰੱਬ, ਆਪ ਪਰਮੇਸ਼ਰ, ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਬੈਠੇ ਹੋਏ ਆ ਜੀ। ਉਸੇ ਖਡੂਰ ਸਾਹਿਬ 'ਚ ਹੈ, ਪਰ ਉਧਰ ਮੇਲਾ ਲੱਗਣਾ ਸ਼ੁਰੂ ਹੋ ਗਿਆ ਜੀ। ਹਾਂਜੀ, ਤਿਹ ਢਿਗ ਅਰਪ ਹੈ ਬਿਨੈ ਬਖਾਨ ਹੈ। ਉਹਨੂੰ ਮਾਇਆ ਰੱਖ ਕੇ ਨਾ ਜੀ ਮੱਥਾ ਟੇਕਿਆ ਕਰਨ ਤੇ ਬੇਨਤੀਆਂ ਕਰਿਆ ਕਰਨ। ਹਾਂਜੀ, ਇਤਿਆਦਿਕ ਪ੍ਰਿਯ ਵਸਤੂ ਅੰਨ ਹੈ। ਹੋਰ ਬੜੀਆਂ ਵਧੀਆ ਵਸਤੂਆਂ ਉਹਨਾਂ ਲਿਆ ਕੇ ਦੇਣੀਆਂ। ਵਾਹਿਗੁਰੂ ਉਹਨੂੰ ਤਪੇ ਨੂੰ, ਤੇ ਤਪਾ ਬੜਾ ਖੁਸ਼ ਜੀ। ਹਾਂਜੀ, ਤਿਸ ਤੇ ਡਰਹਿ ਗ੍ਰਾਮ ਨਰ ਸਾਰੇ। ਲਓ ਜੀ, ਹੌਲੀ ਉਹਨੇ ਆਪਣੀਆਂ ਗੱਲਾਂ ਦਾ ਜਾਲ ਐਸਾ ਫਸਾਇਆ, ਐਸਾ ਪਸਾਰਿਆ ਆਪਣੀਆਂ ਗੱਲਾਂ ਦਾ ਜਾਲ, ਲੋਕ ਉਹਦੇ ਕੋਲੋਂ ਡਰਨ ਲੱਗ ਪਏ ਜੀ। ਡਰਨ ਲੱਗ ਪਏ ਵੀ ਇਹ ਕੋਈ ਬਚਨ ਨਾ ਕਰਦੇ, ਕਿਤੇ ਉਹਦੀ ਗੱਲ ਨਾ ਪੂਰੀ ਹੋ ਜਾਏ ਜੀ। ਹਾਂਜੀ, ਨਹਿਰਿਸ ਧਾਰ ਕੁਬਾਕ ਉਚਾਰੇ। ਕਿਤੇ ਗੁੱਸੇ 'ਚ ਆ ਕੇ ਸ਼ਰਾਬ ਹੀ ਨਾ ਦੇ ਦੇ ਸਾਨੂੰ। ਲੋਕ ਡਰਦੇ ਹੈ ਜੀ ਉਹਦੇ ਕੋਲੋਂ। ਹਾਂਜੀ, ਕਹੈ ਸੋ ਮਨ ਹੈ ਨਰ ਗ੍ਰਾਮੀਨ। ਤੇ ਹੁਣ ਉਹ ਜੋ ਵੀ ਕਹਿੰਦਾ ਨਾ, ਪਿੰਡ ਦੇ ਲੋਕ ਡਰਦੇ ਹੀ ਉਹਦੀ ਗੱਲ ਮੰਨੀ ਜਾਂਦੇ ਜੀ। ਤੇ ਦੂਸਰੇ ਪਾਸੇ ਕਥਾ ਕੀਰਤਨ, ਪਰਮੇਸ਼ਰ ਦਾ ਨਾਮ ਸਿਮਰਨ, ਸਤਸੰਗ ਹੋ ਰਿਹਾ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਵਾਲੇ ਪਾਸੇ। ਹਾਂਜੀ, ਜੇ ਸੰਤਨ ਕੋ ਸਕਹਿ ਨਾ ਚੀਨ। ਹਾਂਜੀ, ਪ੍ਰਿਯ ਤਿਸ ਕੋ ਨਿਸਬਾਸੁਰ ਕਰਹੀ। ਦੇ ਧਨ ਧਾਨ ਸੋ ਬਿਨੈ ਉਚਰਹੀ। ਬਸ ਜੀ, ਲੋਕਾਂ ਨੇ ਹੌਲੀ ਬਾਬਾ ਹੀ ਕੰਮ ਸ਼ੁਰੂ ਕਰ ਲਿਆ ਖਡੂਰ ਸਾਹਿਬ 'ਚ। ਉਹਦੇ ਕੋਲ ਜਾਣਾ, ਅਨਾਜ ਚੜਾਉਣਾ, ਬੇਨਤੀਆਂ ਕਰਨੀਆਂ। ਹਾਂਜੀ, ਤਹਾਂ ਬਾਸ ਗੁਰ ਅੰਗਦ ਕੇਰਾ। ਨਹੀਂ ਮਹਾਤਮ ਲਖਹਿ ਕਨੇਰਾ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ, ਗੱਜ ਕੇ ਵਾਹਿਗੁਰੂ। ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਵਸਦੇ ਆ, ਪਰ ਗੁਰੂ ਸਾਹਿਬ ਵੱਲ ਲੋਕਾਂ ਦਾ ਧਿਆਨ ਨਹੀਂ ਰਿਹਾ ਜੀ। ਕੁਝ ਲੋਕਾਂ ਦਾ ਜੀ, ਜਿਹੜੇ ਉਹਦੇ ਚੇਲੇ ਬਣ ਗਏ ਨਾ ਜੀ, ਅਸਲ ਵਿੱਚ ਉਹਨਾਂ ਦੇ ਭਾਗ ਹੀ ਨਹੀਂ ਚੰਗੇ ਜੀ। ਇੱਕ ਗੱਲ ਚੇਤਾ ਰੱਖਿਓ, ਗੁਰੂ ਦੀ ਹਜ਼ੂਰੀ ਵਿੱਚ ਆਉਣ ਵਾਸਤੇ ਕਿਸਮਤ ਦੀ ਲੋੜ ਹੈਗੀ ਹੈ ਜੀ। ਤੁਸੀਂ ਕਹਿ ਕੇ ਵੇਖ ਲਓ ਕਿਸੇ ਨੂੰ, ਉਹ ਨਹੀਂ ਆਉਂਦੇ ਜੀ। ਕਿਉਂ? ਉਹਨਾਂ ਦੀ ਕਿਸਮਤ, ਭਾਗ ਨਹੀਂ ਸਾਥ ਦਿੰਦੇ ਜੀ। ਹਾਂਜੀ, ਕਬਹਿ ਨਾ ਜਾਏ ਨਿਵਾਵਹਿ ਸੀਸ। ਉਹ ਮਹਾਰਾਜ ਕੋ ਨਹੀਂ ਸੀ ਆਉਂਦੇ ਹੁੰਦੇ, ਨਾ ਕਦੀ ਮਹਾਰਾਜ ਨੂੰ ਉਹਨਾਂ ਮੱਥਾ ਟੇਕਿਆ ਆ ਕੇ। ਹਾਂਜੀ, ਨਹਿ ਮਨ ਹੈ ਇਹ ਸਭ ਜਗ ਈਸ। ਤੇ ਨਾ ਉਹ ਮਹਾਰਾਜ ਨੂੰ ਪਰਮੇਸ਼ਰ ਦਾ ਰੂਪ ਸਮਝਦੇ ਸਨ। ਹਾਂਜੀ, ਅਪਰ ਲੋਕ ਜਿਮ ਬਾਸਹਿ ਗ੍ਰਾਮ। ਤਿਉ ਜਨ ਹੈ ਇਹ ਪੀ ਰਹਿ ਧਾਮ। ਤੇ ਪਤਾ ਕੀ ਕਹਿੰਦੇ ਸੀ ਉਹ ਲੋਕ? ਕਹਿੰਦੇ ਸੀ ਜਿਵੇਂ ਆਮ ਲੋਕ ਖਡੂਰ ਦੇ ਵਿੱਚ ਰਹਿੰਦੇ ਉਵੇਂ ਇਹ ਰਹਿੰਦੇ ਆ, ਇਹ ਕੋਈ ਗੁਰੂ ਨਹੀਂ ਹੈਗੇ ਕਹਿਣ ਲੱਗੇ। ਵੇਖ ਲਓ, ਨਿੰਦਿਆ ਤੇ ਗੁਰੂ ਸਾਹਿਬ ਜੀ ਦੀ ਹੋਣ ਲੱਗ ਪੈਂਦੀ ਤੇ ਬੰਦਾ ਦੱਸੋ ਕੀ ਚੀਜ਼ ਹੈਗਾ ਜੀ। ਹਾਂਜੀ, ਬੰਦਾ ਐਵੇਂ ਘਬਰਾਈ ਜਾਵੇ ਜੀ, ਮੈਨੂੰ ਇੰਝ ਆਖਤਾ, ਮੈਨੂੰ ਇੰਝ ਆਖਤਾ। ਮਾੜੇ ਫੁਰਨੇ ਵਾਲਿਆਂ ਨੇ ਤੇ ਗੁਰੂ ਸਾਹਿਬ ਦਾ ਖਹਿੜਾ ਨਹੀਂ ਛੱਡਿਆ ਜੀ। ਹਾਂਜੀ, ਸਤ ਸੰਗੀ ਜਿਨ ਮਹਿ ਨਹਿ ਕੋਈ। ਹੁਣ ਉਹਨਾਂ ਲੋਕਾਂ 'ਚ ਸਤਸੰਗੀ ਨਹੀਂ ਸੀ ਕੋਈ ਹੈਗਾ ਜੀ, ਜਿਹੜਾ ਉਹਨਾਂ ਨੂੰ ਚੰਗੀ ਮੱਤ ਦਿੰਦਾ। ਹਾਂਜੀ, ਕਿਮ ਪ੍ਰਭਾਵ ਕੋ ਜਾਣਹਿ ਸੋਈ। ਬਸ ਜੀ ਉਹਦੇ ਪ੍ਰਭਾਵ 'ਚ ਰਹੇ ਜੀ, ਮਹਾਰਾਜ ਦਾ ਪ੍ਰਭਾਵ ਹੀ ਨਹੀਂ ਕਬੂਲਿਆ ਜੀ ਉਹਨਾਂ ਨੇ। ਹਾਂਜੀ, ਕੇਤਿਕ ਸਮਾਂ ਬਤੀਤਨ ਭਇਓ। ਬਸ ਕੁਝ ਸਮਾਂ ਲੰਘ ਗਿਆ, ਇੱਧਰ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਘਿਓ ਵਾਲੀ ਖੀਰ ਚੱਲਦੀ ਹੈ। ਸੱਚੇ ਪਾਤਸ਼ਾਹ ਦੇ ਦਰਬਾਰ 'ਚ ਸਿਮਰਨ, ਭਜਨ, ਬੰਦਗੀ ਤੇ ਵਾਹਿਗੁਰੂ ਨਾਲ ਮਿਲਾਪ ਹੋ ਰਿਹਾ ਜੀ। ਦੂਜੇ ਬੰਨੇ ਉਹਦਾ ਡੇਰਾ ਚੱਲ ਰਿਹਾ ਜੀ। ਹਾਂਜੀ,
ਬਰਖਾ ਬਿਨਾ ਸਮੈ ਤਬ ਹੋਇਓ। ਤੇ ਸਮਾਂ ਐਸਾ ਆ ਗਿਆ ਵੀ ਮੀਂਹ ਨਾ ਪਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਮੀਂਹ ਨਾ ਪਿਆ ਜੀ। ਹਾਂਜੀ। ਮਾਸ ਭਾਦਰਪਦ ਔੜ ਲੱਗੀ ਅਸ। ਸਾਉਣ ਦਾ ਮਹੀਨਾ ਲੰਘ ਗਿਆ, ਭਾਦੋਂ ਆ ਗਈ ਜੀ। ਆ ਸਾਉਣ ਚੱਲ ਰਿਹਾ ਨਾ, ਸਾਉਣ ਵਿੱਚ ਵੀ ਮੀਂਹ ਨਾ ਪਿਆ ਜੀ, ਭਾਦੋਂ 'ਚ ਵੀ ਮੀਂਹ ਨਾ ਪਿਆ ਜੀ। ਹਾਂਜੀ। ਤੇ ਔੜ ਲੱਗ ਗਈ ਜੀ ਉੱਥੇ। ਹਾਂਜੀ। ਸਭ ਹੀ ਸ਼ੁਸ਼ਕ ਹੋ ਗਈ ਵੱਡ ਸੱਸ। ਤੇ ਸਭ ਖੇਤੀ ਖੁਸ਼ਕ ਹੋ ਗਈ ਜੀ। ਪਾਣੀ ਦੀ ਲੋੜ ਹੈਗੀ ਆ ਜੀ। ਹਾਂਜੀ। ਪੂਰਬ ਜਹਾਂ ਪਿਖਤ ਹਰਿਆਈ। ਹਾਂਜੀ। ਬਿਨ ਪਾਕੇ ਫਿਰਗੀ ਜਰਦਾਈ। ਫਸਲਾਂ ਸੁੱਕ ਗਈਆਂ। ਜਿੱਥੇ ਪਹਿਲਾਂ ਹਰਿਆਲੀ ਹੁੰਦੀ ਸੀਗੀ ਤੇ ਉੱਥੇ ਕੁਝ ਵੀ ਨਾ ਰਿਹਾ ਜੀ। ਹਾਂਜੀ। ਹਵੈ ਨਹਿ ਅੰਨ ਤਰਸੇ ਗ੍ਰਾਮੀਨ। ਹੁਣ ਅੰਨ ਨਾ ਪੈਦਾ ਹੋਇਆ ਜੀ ਤੇ ਖਡੂਰ ਸਾਹਿਬ ਦੇ ਲੋਕ ਡਰ ਗਏ ਜੀ। ਹਾਂਜੀ। ਹਮਰੇ ਤੋ ਜੀਵਨ ਇਹੋ ਚੀਨ। ਹੁਣ ਤੁਹਾਨੂੰ ਪਤਾ ਆ ਮਾੜਾ ਜਿਹਾ ਲੋਕਡਾਊਨ ਹੋਇਆ ਤੇ ਕਾਰੋਬਾਰ ਕੰਮ ਬੰਦ ਹੋ ਗਏ ਤੇ ਲੋਕਾਂ ਨੇ ਕਿੰਨਾ ਬੁਰਾ ਮਨਾਇਆ ਜੀ। ਕਿਸਾਨ ਬੁਰਾ ਬੜਾ ਮਨਾਉਣ। ਉਹ ਕਹਿਣ ਲੱਗੇ ਸਾਨੂੰ ਤੇ ਆਸਰਾ ਹੀ ਇਹਨਾਂ ਚੀਜ਼ਾਂ ਦਾ ਹੈ। ਹਾਂਜੀ। ਬਿਨਾ ਅੰਨ ਤੇ ਬਹੁ ਦੁੱਖ ਪਾਏ। ਅੰਨ ਤੋਂ ਬਗੈਰ ਤੇ ਬੜਾ ਦੁੱਖ ਮਿਲੇਗਾ ਸਾਨੂੰ। ਹਾਂਜੀ। ਸਕਲ ਕੁਟੰਬ ਕਹੋ ਕਿਆ ਖਾਏ। ਪਰਿਵਾਰ ਸਾਡੇ ਕੀ ਖਾਣਗੇ, ਟੱਬਰ ਕੀ ਖਾਏਗਾ, ਇਸ ਗੱਲ ਦੀ ਚਿੰਤਾ ਬੜੀ ਵੱਧ ਗਈ ਜੀ। ਹਾਂਜੀ। ਤਨ ਧਨ ਤੇ ਅਰ ਪਸ਼ੂਨ ਸੰਗ। ਹਾਂਜੀ। ਜੋ ਹਮ ਪਾਲਨ ਕਰੀ ਅਭੰਗ। ਬੰਦੇ ਤੇ ਭੁੱਖੇ ਰਹਿਣੇ ਹੀ ਸੀ ਤੇ ਜਦੋਂ ਖੇਤੀ ਨਾ ਹੋਈ ਤੇ ਪਸ਼ੂ ਵੀ ਭੁੱਖੇ ਰਹਿਣ ਲੱਗ ਪਏ ਜੀ। ਚਿੰਤਾ ਵੱਧ ਗਈ ਜੀ ਉਹਨਾਂ ਨੂੰ। ਹਾਂਜੀ। ਜੇ ਬਰਖਾ ਅਬ ਹੋਵਹਿ ਨਾਹੀ। ਨਿਜ ਪਰਿਵਾਰ ਕੁਤੋ ਨਿਰਬਾਹੀ। ਤੇ ਖਡੂਰ ਸਾਹਿਬ ਦੇ ਲੋਕ ਚਿੰਤਾ ਵਿੱਚ ਫਸ ਗਏ ਵੀ ਜੇ ਮੀਂਹ ਨਾ ਪਿਆ ਤੇ ਬੁਰਾ ਹਾਲ ਹੋ ਜਾਏਗਾ, ਬੁਰਾ ਹਾਲ ਹੋ ਜਾਏਗਾ। ਖਾਵਾਂਗੇ ਕੀ, ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਏਗਾ। ਹਾਂਜੀ। ਬਿਨ ਪਾਕੇ ਹੋਏ ਜਾਏ ਵਿਨਾਸ਼। ਕਹਾਂ ਅੰਨ ਕੀ ਪੂਜਹਿ ਆਸ। ਹਾਂਜੀ। ਹਮਰੇ ਨਿਕਟ ਦਰਬ ਕੁਛ ਨਾਹੀ। ਜਿਸ ਕੋ ਖਰਚ ਮੋਲ ਲੈ ਖਾਹੀ। ਕੋਈ ਮਾਇਆ ਨਹੀਂ ਹੈਗੀ ਜੀ ਲੋਕਾਂ ਕੋਲ ਬਹੁਤੀ, ਗਰੀਬ ਬੰਦਿਆਂ ਕੋਲ, ਵੀ ਉਹ ਹੋਰ ਕਿਤੋਂ ਮਾਇਆ ਦੇ ਪ੍ਰਬੰਧ ਕਰ ਲੈਣ ਤੇ ਅੰਨ ਲੈ ਆਉਣ। ਇਹ ਵੀ ਕੰਮ ਨਹੀਂ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਮਾਲਕ ਦੀ ਖੇਡ ਹੀ ਹੁੰਦੀ ਆ ਕੋਈ, ਸਾਨੂੰ ਪਤਾ ਨਹੀਂ ਲੱਗਦਾ। ਹਾਂਜੀ। ਇਤਿਆਦਿਕ ਚਿੰਤਾ ਗਲਤਾਨੇ। ਇਹੋ ਜੀਆਂ ਚਿੰਤਾਵਾਂ ਲੱਗ ਗਈਆਂ ਜੀ ਉਹਨਾਂ ਨੂੰ ਜੀ, ਲੱਗ ਗਈਆਂ ਜੀ। ਉਹ ਲੋਕ ਤੇ ਬੜੇ ਹੀ ਤੰਗ ਹੋ ਗਏ ਜੀ। ਪਹਿਲਾਂ ਹੁੰਦਾ ਹੀ ਇਹੋ ਚੀਜ਼ਾਂ ਸਨ। ਹਾਂਜੀ। ਆਪਸ ਵਿਖੈ ਮਿਲੇ ਇੱਕ ਥਾਨੇ। ਲੋਕ ਇਕੱਠੇ ਹੋ ਗਏ ਜੀ ਵਿਚਾਰ ਕਰਨ ਵਾਸਤੇ ਵੀ ਕੀ ਕਰੀਏ। ਹਾਂਜੀ। ਕਹਿਤ ਭਏ ਜੋ ਵੱਡੇ ਕਹਾਵੈ। ਪੂਛੋ ਪਾਂਦਾ ਜੇ ਘਨ ਆਵੈ। ਤੇ ਉਹ ਜਿਹੜੇ ਵੱਡੇ ਵਡੇਰੇ ਬਜ਼ੁਰਗ ਸਨ ਨਾ, ਕਹਿਣ ਲੱਗੇ ਤਪੇ ਨੂੰ ਪੁੱਛੋ ਮੀਂਹ ਕਿਵੇਂ ਪਵੇ। ਗੱਜ ਕੇ ਆਖੋ ਵਾਹਿਗੁਰੂ। ਤੇ ਮੀਂਹ ਕਿਹੜੀ ਗੱਲ ਹੈਗਾ ਸੀਗਾ ਜੀ। ਮੀਂਹ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਪਵਾ ਦੇਣਾ ਸੀਗਾ। ਹਾਂਜੀ। ਤੇ ਗੁਰੂ ਅੰਗਦ ਸਾਹਿਬ ਤੇ ਛੱਡੋ, ਮਹਾਰਾਜ ਤੇ ਆਪ ਪਰਮੇਸ਼ਰ ਨੇ ਮੀਂਹ ਤੇ ਨਾਮ ਜਪਣ ਵਾਲੇ ਪਵਾ ਦਿੰਦੇ ਜੀ। ਮੀਂਹ ਦੀ ਕਾਹਦੀ ਗੱਲ ਹੈਗੀ ਜੀ। ਤੇ ਤਪੇ ਕੋਲ ਚਲੇ ਗਏ ਜੀ, ਉਹ ਤਪੇ ਕੋਲ। ਹਾਂਜੀ। ਕਰ ਹੈ ਸਕਲ ਕਹੈ ਜੋ ਹੋਏ। ਹਾਂਜੀ। ਜਿਮ ਖੇਤੀ ਹਰਿਆਵਲ ਹੋਏ। ਕਹਿਣ ਲੱਗੇ ਵੀ ਤਪੇ ਨੂੰ ਪੁੱਛੀਏ, ਜੋ ਤਪਾ ਕਹਿੰਦਾ ਉਹ ਹੋ ਜਾਂਦਾ ਤੇ ਪਤਾ ਕਰਕੇ ਆਈਏ। ਹਾਂਜੀ। ਸੁਨਤ ਏਕ ਤੇ ਦੂਸਰ ਕਹੈ। ਹਮਰੋ ਗੁਰੂ ਤਪਾ ਜੋ ਅਹੈ। ਤੇ ਲੋਕ ਤੇ ਲਾਈ ਲੱਗ ਹੁੰਦੇ ਜੀ। ਲੋਕ ਕਹਿਣ ਲੱਗੇ ਜੀ ਆਪਣਾ ਗੁਰੂ ਤੇ ਤਪਾ ਹੀ ਹੈਗਾ। ਹਾਂਜੀ। ਕਰਾਮਾਤ ਯੁਤ ਮੈਂ ਹੋ ਭਾਖਤ। ਸਭ ਤੇ ਵੱਡਾ ਤੇਜ ਜੋ ਰਾਖਤ। ਹਾਂਜੀ। ਸਕਲ ਗ੍ਰਾਮ ਕੋ ਹੈ ਹਿਤਕਾਰੀ। ਜੋ ਸਮੁਦਾਏ ਬਿਗਨ ਦੈ ਟਾਰੀ। ਤੇ ਆਪਾਂ ਸਾਰੇ ਤਪੇ ਕੋਲ ਚਲੇ ਜੀਏ, ਤਪੇ ਕੋਲ ਚਲੇ ਜੀਏ।
ਸਾਰੇ ਪਿੰਡ ਦੀ ਉਹ ਮਦਦ ਕਰੇਗਾ। ਭਾਗ ਹੀ ਹੈ ਨਾ, ਇਹੋ ਜਿਹੇ ਸਮੇਂ ਵੀ ਪੂਰੇ ਗੁਰੂ ਕੋਲ ਨਹੀਂ ਆਏ ਜੀ। ਭਾਗਾਂ ਵਾਲੇ ਹੋ, ਮਾੜੀ ਜਿਹੀ ਲੋੜ ਪੈਂਦੀ ਆਪਾਂ ਗੁਰੂ ਘਰ ਆ ਕੇ ਅਰਦਾਸ ਕਰਾਉਂਦੇ ਆ। ਹਾਂਜੀ। ਤਿਸ ਟਿਕ ਮਿਲ ਕਰ ਚਲਹੁ ਸਾਰੇ, ਹਾਂਜੀ। ਕਛ ਮਿਸ਼ਟਾਨ ਲੈ ਧਰਹੁ ਅਗਾਰੇ। ਤੇ ਵਿਚਾਰ ਕੀਤੀ ਵੀ ਪ੍ਰਸ਼ਾਦ ਲਓ, ਮਿੱਠਾ ਲਓ ਤੇ ਮੱਥਾ ਟੇਕੋ ਉਹਨੂੰ ਜਾ ਕੇ। ਹਾਂਜੀ। ਕਰਹਿ ਬੇਨਤੀ ਪਰ ਕੈ ਪਾਏ, ਤਿਸ ਤੇ ਜਾਚਹੁ ਬਰਖਾ ਆਏ। ਤੇ ਵਿਚਾਰ ਕੀਤੀ ਵੀ ਤਪੇ ਦੇ ਪੈਰੀਂ ਡਿੱਗ ਪਈਏ। ਦੁਖੀ ਬਹੁਤ ਸਨ ਨਾ, ਤਪੇ ਦੇ ਪੈਰੀਂ ਡਿੱਗ ਪਈਏ ਤੇ ਉਹਨੂੰ ਆਖੀਏ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੀਂਹ ਪਵਾ ਦੇ। ਹਾਂਜੀ। ਅਸ ਮਸਲਤ ਕਰ ਬ੍ਰਿਧ ਸਭ ਲੀਨੇ। ਲਓ ਜੀ, ਇਹ ਗੱਲ ਕਰਕੇ ਤੇ ਸਭ ਖਡੂਰ ਸਾਹਿਬ ਦੇ ਬਜ਼ੁਰਗ ਇਕੱਠੇ ਹੋ ਗਏ ਜੀ, ਸਿਆਣੇ ਲੋਕ ਇਕੱਠੇ ਹੋ ਗਏ। ਹਾਂਜੀ। ਗਏ ਤਪੇ ਢਿਗ ਚਿੰਤਾ ਕੀਨੇ। ਤੇ ਇਕੱਠੇ ਹੋ ਕੇ ਸਾਰਿਆਂ ਨੇ ਪ੍ਰਸ਼ਾਦ ਫੜੇ ਤੋ ਜਿੱਥੇ ਤਪੇ ਦੀ ਝੌਂਪੜੀ ਸੀ ਨਾ, ਕੁਟੀਆ ਜੀ ਬਣਾਈ ਉਹਨੇ, ਉੱਥੇ ਚਲੇ ਗਏ ਜੀ। ਹਾਂਜੀ। ਗਾਦੀ ਕੋ ਲਗਾਏ ਸੋ ਬੈਸਾ। ਅੱਗੇ ਜਾਂਦਿਆਂ ਨੂੰ ਉਹ ਵੀ ਗੱਦੀ ਲਾ ਕੇ ਬੈਠਾ ਜੀ। ਹਾਂਜੀ। ਸਮਦ ਦੰਬ ਤਰ ਮੂਰਤ ਜੈਸਾ। ਤੇ ਸਾਧ ਸੰਗਤ ਦੀ ਹੰਕਾਰ ਘਮੰਡੀ ਆਪਣੇ ਆਪ ਨੂੰ ਮੂਰਤੀ ਬਣਾ ਕੇ ਤੇ ਬੈਠਾ ਉੱਥੇ ਜੀ। ਹਾਂਜੀ। ਧਰਿਓ ਅਗਾਰੀ ਕਰ ਮਿਸ਼ਟਾਨ। ਉਹ ਪਿੰਡ ਵਾਲੇ ਵਿਚਾਰੇ ਡਰਦੇ ਡਰਦੇ ਉਹਦੇ ਅੱਗੇ ਮਿਸ਼ਠਾਨ ਰੱਖਿਆ, ਮਿੱਠਾ ਰੱਖਿਆ ਜਾ ਕੇ। ਹਾਂਜੀ। ਨਮੋ ਸਭਨ ਕਰ ਬੰਦੇ ਪਾਨ। ਤੇ ਮੱਥਾ ਟੇਕਿਆ ਸਾਰਿਆਂ ਨੇ ਉਹਨੂੰ ਜੀ। ਹਾਂਜੀ। ਬ੍ਰਿਦਨ ਤਿਸ ਕੋ ਜਸ ਬਹੁ ਭਾਖਾ। ਤੇ ਤੁਹਾਨੂੰ ਪਤਾ ਜਦੋਂ ਲੋੜ ਹੋਵੇ ਫਿਰ ਬੰਦਾ ਉਸਤਤ ਬੜੀ ਕਰਦਾ ਜੀ। ਤੇ ਉਹ ਕਹਿਣ ਲੱਗੇ ਜੀ, ਤੁਸੀਂ ਵੇਖੋ ਸਾਡੇ ਨਗਰ 'ਚ ਪੁਰਾਣੇ ਰਹਿੰਦੇ, ਤੁਸੀਂ ਬੜੇ ਜਪ ਤਪ ਵਾਲੇ, ਰਿੱਧੀਆਂ ਸਿੱਧੀਆਂ ਦੇ ਮਾਲਕ। ਹਾਂਜੀ। ਤੁਮ ਪੂਰਾ ਹੋ ਬਹੁਤਨ ਅਬਿਲਾਖਾ। ਤੇ ਲੋਕ ਜੋ ਮੰਗਦੇ ਤੁਸੀਂ ਉਹਨੂੰ ਦੇ ਦਿੰਦੇ ਹੋ, ਤੋ ਤਪਾ ਲਾ ਕੇ ਨਾ ਲੱਗਣ ਦੇ ਛੇਤੀ ਕਿਸੇ ਨੂੰ ਜੀ। ਹਾਂਜੀ। ਅਜ ਮਤਵਾਨ ਮਹਾਨ ਪਛਾਨੇ। ਤੇ ਤੁਸੀਂ ਕਰਾਮਾਤ ਵਾਲੇ ਹੋ, ਤਾਕਤ ਵਾਲੇ ਹੋ। ਹਾਂਜੀ। ਬਹੁ ਆਵਤ ਤੁਮ ਢਿਗ ਦੁਖ ਹਾਨੇ। ਮਤਲਬ ਇਹੋ ਜੀਆਂ ਗੱਲਾਂ ਬੜੀਆਂ ਕੀਤੀਆਂ, ਮੇਰਾ ਜੀ ਨਹੀਂ ਕਰਦਾ ਜੀ ਜੋ ਬੋਲਦੇ ਕਹਿਣ ਨੂੰ ਜੀ। ਇਹ ਆਮ ਪੁਰਸ਼ ਗੁਰੂ ਸਾਹਿਬ ਨੂੰ ਛੱਡ ਕੇ ਆਮ ਪੁਰਸ਼ ਕੋਲ ਜਾ ਕੇ ਇਹੋ ਜੀਆਂ ਗੱਲਾਂ ਕਹਿਣ ਲੱਗੇ ਜੀ ਉਹ। ਹਾਂਜੀ। ਸੁਣ ਕਰ ਤਪਾ। ਸੁਨ ਕਰ ਤਪਾ ਹਰਖ ਕੈ ਗਰਬਾ। ਉਹ ਜਦੋਂ ਉਹਦੀਆਂ ਸਿਫਤਾਂ ਦੇ ਪੁੱਲ ਬੰਨੇ ਨਾ ਜੀ, ਤਪਾ ਤੇ ਹੰਕਾਰ 'ਚ ਹੋਰ ਚੌੜਾ ਹੋ ਗਿਆ ਜੀ। ਉਹਨੂੰ ਬੜਾ ਮਾਣ ਆਇਆ ਆਪਣੇ ਆਪ ਤੇ। ਹਾਂਜੀ। ਮਮ ਅਨੁਸਾਰ ਸਦਾ ਰਹਿ ਸਰਬਾ। ਤੇ ਕਹਿਣ ਲੱਗਾ ਫਿਰ ਮੈਂ ਤੁਹਾਡੀ ਕਿਉਂ ਨਹੀਂ ਇੱਛਾ ਪੂਰੀ ਕਰਾਂਗਾ, ਤੁਸੀਂ ਮੇਰੇ ਅਨੁਸਾਰ ਰਹਿੰਦੇ ਹੋ। ਹਾਂਜੀ। ਬਿਕਹੋ ਤੁਮਾਰੀ ਭਗਤ ਵਿਸਾਲਾ। ਵੇਖੋ ਪੁੱਠੀਆਂ ਗੱਲਾਂ ਕਰਦਾ। ਕਹਿੰਦਾ ਤੁਸੀਂ ਮੇਰੀ ਭਗਤੀ ਕਰਦੇ ਹੋ ਨਾ, ਤੇ ਮੈਂ ਤੇ ਤੁਹਾਡੀ ਭਗਤੀ ਤੋਂ ਖੁਸ਼ ਹੀ ਬੜਾ ਹੈਗਾ। ਹਾਂਜੀ। ਕਰਹੋ ਕਾਮਨਾ ਦੇਹੋ ਹੱਦਰ ਹਾਲਾ। ਤੇ ਮੈਂ ਝੱਟ ਹੀ ਤੁਹਾਡੀ ਕਾਮਨਾ ਪੂਰੀ ਕਰ ਦੇਣੀ ਹੈ। ਹਾਂਜੀ। ਤੁਮ ਮੇਰੇ ਹੋ ਸੇਵਕ ਸਾਰੇ, ਪੂਜੋ ਚਰਨ ਦੇਹ ਦੁਖ ਟਾਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਸੇਵਕੋ ਕਹਿੰਦਾ ਮੇਰੇ ਸਾਰੇ, ਮੈਂ ਤੁਹਾਡੇ ਦੁੱਖ ਖਤਮ ਕਰ ਦੇਣੇ ਹੈ। ਹਾਂਜੀ। ਸੁਨ ਕੈ ਰਾਹਕ ਬਿਨੈ ਬਖਾਨੀ। ਹਾਂਜੀ। ਸੁਨੋ ਤਪਾਜੀ ਦੁਰਲਭ ਪਾਨੀ। ਤੇ ਪਿੰਡ ਦੇ ਲੋਕ ਕਹਿਣ ਲੱਗੇ, ਕਹਿੰਦੇ ਫਿਰ ਤਪਾ ਜੀ ਸੁਣੋ, ਅਸੀਂ ਬੜੇ ਤੰਗ 'ਚ। ਕਹਿੰਦਾ ਮੇਰੇ ਹੁੰਦਿਆਂ ਤੁਸੀਂ ਕਿਉਂ ਤੰਗ ਹੋ? ਕਹਿੰਦੇ ਗੱਲ ਕੀ ਵੀ ਪਾਣੀ ਨਹੀਂ ਹੈਗਾ ਸਾਡੇ ਕੋਲ। ਪਾਣੀ ਤੇ ਕਿਤੇ ਵੈਸੇ ਇੱਕ ਦਿਨ ਦੀ ਟੂਟੀ ਬੰਦ ਹੋ ਜਾਏ ਤੇ ਸਾਰਿਆਂ ਨੂੰ ਤੰਗੀ ਆ ਜਾਂਦੀ ਜੀ। ਹਾਂਜੀ। ਪ੍ਰਥਮ ਭਈ ਬਰਖਾ ਬਹੁ ਧਰਾ। ਪਹਿਲਾਂ ਬੜਾ ਮੀਂਹ ਪਿਆ ਧਰਤੀ ਤੇ। ਹਾਂਜੀ। ਬੀਜੇ ਖੇਤ ਉਗੇ ਰੰਗ ਹਰਾ। ਤੇ ਆਪਾਂ ਖੇਤ ਬੀਜੇ, ਰੰਗ ਵੀ ਹਰਾ ਹੋ ਗਿਆ। ਹਾਂਜੀ। ਬ੍ਰਿਧੀ ਅਰੋਗ ਬਹੀ ਬੜੀ ਜਬ ਹੋਈ, ਹਟੇ ਮੇਘ ਨਭ ਆਏ ਨਾ ਕੋਈ। ਪਰ ਕੋਈ ਫਾਇਦਾ ਨਹੀਂ ਹੋਇਆ ਬਾਅਦ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਬੇ ਫਸਲ ਤੇ ਅਰੋਗ ਹੋ ਕੇ ਵੱਡੀ ਹੋ ਗਈ,
ਪਰ ਬਾਅਦ ਵਿੱਚ ਬੱਦਲ ਦੂਰ ਹੋ ਗਏ ਤੇ ਫਿਰ ਗੱਲ ਨਹੀਂ ਬਣੀ। ਹਾਂਜੀ, ਬੀਤਿਓ ਕਿਤਿਕ ਕਾਲ ਬਿਨ ਪਾਨੀ। ਤੇ ਕਾਫੀ ਸਮਾਂ ਹੋ ਗਿਆ, ਫਸਲਾਂ ਨੂੰ ਪਾਣੀ ਚਾਹੀਦਾ ਤੇ ਪਾਣੀ ਨਹੀਂ ਮਿਲ ਰਿਹਾ। ਹਾਂਜੀ, ਹਰੀ ਹੁਤੀ ਸਕਲੀ ਕੁਮਲਾਨੀ। ਫਸਲਾਂ ਹਰੀਆਂ ਸਨ ਪਰ ਹੁਣ ਪਾਣੀ ਤੋਂ ਬਗੈਰ ਕੁਮਲਾ ਗਈਆਂ, ਸੁੱਕ ਗਈਆਂ ਜੀ। ਹਾਂਜੀ, ਵਹਿਰ ਅੰਨ ਜੇ ਹੋਇਓ ਨਾਹੀ, ਸ਼ੰਕਾ ਹਮਰੇ ਜੀਵਨ ਮਾਹੀ। ਤੇ ਜੇ ਅੰਨ ਨਾ ਪੈਦਾ ਹੋਇਆ ਤੇ ਫਿਰ ਸਾਡਾ ਕੀ ਬਣੇਗਾ? ਆ ਬੜੀ ਵੱਡੀ ਚਿੰਤਾ 'ਚ ਗੱਜ ਕੇ ਆਖੋ ਵਾਹਿਗੁਰੂ। ਸਭ ਤੋਂ ਵੱਡੀ ਚਿੰਤਾ 'ਚ ਬੰਦੇ ਨੂੰ ਅੰਨ ਦੀ। ਹਰ ਚੀਜ਼ ਤੋਂ ਬਗੈਰ ਗੁਜ਼ਾਰਾ ਚੱਲ ਜਾਏਗਾ, ਪਰ ਪਿਆਰਿਓ ਅੰਨ ਤੋਂ ਬਗੈਰ ਗੁਜ਼ਾਰਾ ਨਹੀਂ ਜੇ ਚੱਲਦਾ ਜੀ। ਆ ਕਿਵੇਂ ਤੁਸੀਂ ਵੇਖਿਆ ਹੀ ਆ ਪ੍ਰੈਕਟੀਕਲ, ਲੋਕਡਾਊਨ ਦੇ ਵਿੱਚ ਕਿਵੇਂ ਲੋਕ ਅੰਨ ਦੇ ਮਗਰ ਭੱਜੇ ਸੀ। ਹਾਂਜੀ, ਜਾਂ ਤੇ ਕਰੁਣਾ ਕਰਹੁ ਮਹਾਨੀ। ਕਿਰਪਾ ਕਰੋ, ਮਿਹਰ ਕਰੋ। ਹਾਂਜੀ, ਜਿਸ ਤੇ ਘਨ ਹੋਏ ਮੋਚਹੁ ਪਾਨੀ। ਤੇ ਬੱਦਲ ਆ ਜਾਣ, ਮੀਂਹ ਪੈ ਜੇ ਤੇ ਪਾਣੀ ਪਾਣੀ ਹੋ ਜੇ ਤੇ ਸਾਨੂੰ ਸੁੱਖ ਬਣ ਜੇ। ਹਾਂਜੀ, ਸੁਨਤ ਤਪੇ ਨੇ ਬਾਤ ਉਚਾਰੀ, ਹੁਤੋ ਗੁਰੂ ਸੋ ਮਤਸਰ ਭਾਰੀ। ਗੱਜ ਕੇ ਆਖੋ ਵਾਹਿਗੁਰੂ। ਤਪਾ ਬੜਾ ਦਾ ਵਾਲਾ ਸੀਗਾ ਜੀ। ਤਪੇ ਨੇ ਵਿਚਾਰ ਕੀਤੀ ਵੀ ਮੇਰੀ ਗੁਰੂ ਸਾਹਿਬ ਨਾਲ ਈਰਖਾ ਹੈ। ਕਿਉਂ? ਗੁਰੂ ਸਾਹਿਬ ਕੋ ਸੰਗਤਾਂ ਬਹੁਤ ਜਾਂਦੀਆਂ ਤੇ ਇਹਦੇ ਕੋ ਨਹੀਂ ਇੰਨੀਆਂ ਆਉਂਦੀਆਂ ਜੀ। ਤੇ ਤਪੇ ਨੇ ਵਿਚਾਰ ਕੇ ਨਾ ਇਸ ਤਰ੍ਹਾਂ ਆਖਿਆ। ਹਾਂਜੀ, ਆਏ ਵਹਿਰ ਤੇ ਸਿੱਖ ਕਨੇਰੇ, ਰਹਿਤ ਨਿਕਟ ਪੁਨ ਗਮਨੈ ਡੇਰੇ। ਉਹ ਵਿਚਾਰ ਕਰਤਾ ਤਪਾ ਵੀ ਉਹਨਾਂ ਕੋਲੋਂ ਬਾਹਰੋਂ ਬੜੇ ਸਿੱਖ ਹੁੰਦੇ ਆ। ਆਏ ਵਹਿਰ ਤੇ ਸਿੱਖ ਕਨੇਰੇ, ਵਹਿਰ ਬਾਹਰੋਂ, ਉਹਨਾਂ ਕੋਲੋਂ ਬਾਹਰੋਂ ਦੂਰੋਂ ਦੂਰੋਂ ਸਿੱਖ ਸੰਗਤ ਆਉਂਦੀ ਹੈ, ਉਹਨਾਂ ਦੇ ਕੋਲ ਰਹਿੰਦੀ ਹੈ, ਬੜੇ ਸੁੱਖ ਨੇ ਉਹਨਾਂ ਦੇ ਕੋਲ। ਹਾਂਜੀ, ਤਿਨ ਕੋ ਦੇਖ ਦੁਖਤ ਮਨ ਮਾਹੀ। ਤੇ ਤਪਾ ਜਿਹੜਾ ਸੀ ਨਾ ਜੀ, ਜਦੋਂ ਬਾਹਰੋਂ ਸੰਗਤਾਂ ਆਉਂਦੀਆਂ ਤਾਂ ਦੁਖੀ ਬੜਾ ਹੁੰਦਾ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਕਿਉਂ ਹੋ ਰਿਹਾ? ਇਹਦੇ ਕੋ ਕਿਉਂ ਆ ਰਹੀਆਂ ਨੇ? ਹਾਂਜੀ, ਗੁਰਤਾ ਗੁਰਨ ਸਹਿ ਸਕਹਿ ਨਾਹੀ। ਤੇ ਗੁਰੂ ਸਾਹਿਬ ਜੀ ਦੀ ਗੁਰਤਾ ਦੀ ਵਡਿਆਈ ਜਿਹੜੀ ਸੀ ਨਾ, ਤਪਾ ਸਹਿ ਨਾ ਸਕਿਆ ਜੀ। ਪਰ ਪਿਆਰਿਓ ਇੱਕ ਚੀਜ਼ ਦਾ ਪੱਕਾ ਰੱਖਿਓ, ਗੁਰੂ ਸਾਹਿਬ ਪੂਰੇ ਨੇ ਤੇ ਲੱਖਾਂ ਹੀ ਇਹੋ ਜਿਹੇ ਤਪੇ ਆ ਜਾਣ ਗੁਰੂ ਸਾਹਿਬ ਦਾ ਵਿਗਾੜਨ ਵਾਸਤੇ, ਵਿਗਾੜ ਨਹੀਂ ਕੁਝ ਸਕਦੇ ਜੀ। ਮਹਾਰਾਜ ਪਤਾ ਕਿੰਨੇ ਵੱਡੇ ਆ? ਗੁਰੂ ਸਾਹਿਬ ਨੇ ਤੇ ਫੁਰਨਾ ਹੀ ਬਣਾਉਣਾ ਜੀ ਆਪਣਾ ਜੀ। ਹਾਂਜੀ, ਮਹਾ ਤਪਹਿ ਚਿਤ ਚਿੰਤਾ ਧਰਤਾ, ਨਿਸ ਦਿਨ ਮਹਾ ਅਸੂਇਆ ਕਰਤਾ। ਤੇ ਤਪਾ ਇਸ ਗੱਲ ਦੀ ਚਿੰਤਾ ਬੜੀ ਕਰਦਾ ਸੀਗਾ ਜੀ। ਦਿਨ ਰਾਤ ਈਰਖਾ 'ਚ ਸੜਦਾ ਰਹਿੰਦਾ ਸੀਗਾ। ਉਹਨਾਂ ਦੀ ਵਡਿਆਈ ਬੜੀ ਵੱਡੀ ਹੈ ਤੇ ਮੈਨੂੰ ਤੇ ਥੋੜੇ ਜਿਹੇ ਜਾਣਦੇ ਆ, ਉਹਨਾਂ ਨੂੰ ਬੜੇ ਲੋਕ ਜਾਣਦੇ ਆ। ਹਾਂਜੀ, ਖਹਿਰੇ ਸੇਵਕ ਹੈ ਮਿਤ ਮੇਰੇ, ਨਹਿ ਪਰਮਾਏ ਜਾਏ ਤਿਸ ਡੇਰੇ। ਤੇ ਹੁਣ ਉਹ ਸੋਚਦਾ ਵੀ ਇਹ ਜਿਹੜੇ ਖਹਿਰੇ ਨੇ, ਮੈਂ ਇਹਨਾਂ ਨੂੰ ਮਹਾਰਾਜ ਦੇ ਖਿਲਾਫ ਭੜਕਾ ਦਿਆਂ। ਗੱਜ ਕੇ ਆਖੋ ਹੁਣ ਵੀ ਇਹੋ ਕੁਝ ਹੀ ਰਿਹਾ ਜੀ। ਮੈਂ ਇਹਨਾਂ ਨੂੰ ਮਹਾਰਾਜ ਦੇ ਖਿਲਾਫ ਭੜਕਾ ਦਿਆਂ। ਹਾਂਜੀ, ਜਾਂ ਤੇ ਡਰਤ ਰਹਿਤ ਉਰ ਮਾਹਿ, ਨਿਸ ਬਾਸੁਰ ਬਹੁ ਨਿੰਦ ਕਰਾਹੇ। ਤੇ ਮੈਂ ਕਿਉਂ, ਇਹ ਮੇਰੇ ਕੋਲ ਡਰਦੇ ਆ ਤੇ ਮੈਂ ਦਿਨ ਰਾਤ ਉਹਨਾਂ ਦੀ ਨਿੰਦਿਆ ਕਰਾਵਾਂਗਾ। ਹਾਂਜੀ, ਗੁਰ ਕੀਰਤ ਰਾਂਕਾ ਸੋ ਪ੍ਰਕਾਸ਼ੀ, ਸੋ ਤਸਕਰ ਦੁਰਮਤੀ ਦੁਰਾਸੀ। ਗੁਰੂ ਸਾਹਿਬ ਦੀ ਕੀਰਤੀ ਤਪੇ ਨੂੰ ਕਿੱਥੋਂ ਚੰਗੀ ਲੱਗੇ ਜੀ? ਮਹਾਰਾਜ ਦੀ ਕੀਰਤੀ ਵੇਖ ਕੇ ਸੜਦਾ ਹੁੰਦਾ ਸੀਗਾ ਜੀ। ਇਹੋ ਜਿਹੀਆਂ ਉਹ ਗੱਲਾਂ ਸੋਚਣ ਦਿਆ ਜੀ। ਹਾਂਜੀ, ਚਹਿਤ ਸ਼ਾਦਬੇ ਮੂਰਖ ਮਾਨੀ, ਲੱਖ ਉਪਾਏ ਕੋ ਬੋਲਿਓ ਬਾਨੀ। ਤੇ ਉਹ ਮੂਰਖ ਘਮੰਡੀ ਉਪਾਅ ਸੋਚਣ ਦਿਆ, ਚੁੱਪ ਰਹਿ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਕੋਲੋਂ ਉਹਨਾਂ ਨੂੰ ਇੱਥੋਂ ਕੱਢਦੇ ਆ। ਹਾਂਜੀ, ਪਉ ਖਹਿਰਿਓ ਤੁਮ ਜਾਣੋ ਕਾਰਨ। ਤੇ ਪਤਾ ਕੀ ਕਹਿਣ ਲੱਗਾ? ਕਹਿੰਦਾ ਭੋ ਖਹਿਰਿਓ ਤੁਮ ਜਾਣੋ ਕਾਰਨ। ਕਹਿੰਦਾ ਖਹਿਰਿਓ ਤੁਹਾਨੂੰ ਪਤਾ ਇਹ ਸਾਰਾ ਕੁਝ ਕਿਉਂ ਹੋ ਰਿਹਾ? ਹਾਂਜੀ,
ਜਿਸ ਤੇ ਬਰਖਾ ਹੋਤ ਨ ਬਾਰਨ। ਮੀਂਹ ਨਹੀਂ ਪੈ ਰਿਹਾ, ਪਾਣੀ ਨਹੀਂ ਆ ਰਿਹਾ ਸਾਡੇ ਖਡੂਰ ਨਗਰ ਵਿੱਚ। ਪਤਾ ਕਿਉਂ ਹੋ ਰਿਹਾ? ਹਾਂਜੀ, ਖੱਤਰੀ ਗ੍ਰਾਮ ਤੁਮਾਰੇ ਅਹ। ਤੁਹਾਡੇ ਪਿੰਡ 'ਚ ਇੱਕ ਖੱਤਰੀ ਰਹਿੰਦਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸੋ ਅਪਰਾਧ ਕਰਤ ਹੀ ਰਹਿ। ਵੇਖ ਲੋ ਹੈ ਕਿ ਨਹੀਂ। ਕਹਿੰਦਾ ਮਹਾਰਾਜ ਅਪਰਾਧ ਕਰਦੇ ਰਹਿੰਦੇ ਐ, ਈਰਖਾ। ਕੋਈ ਗੱਲ ਨਹੀਂ, ਮਹਾਰਾਜ ਨੇ ਕਦੀ ਇਹਨੂੰ ਕੁਝ ਆਖਿਆ ਨਹੀਂ, ਕਿਸੇ ਆਏ ਗਏ ਨੂੰ ਨਹੀਂ ਬੁਰਾ ਆਖਿਆ, ਪਰ ਈਰਖਾ ਕਹਿਣ ਲੱਗਾ ਉਹ ਤੇ ਅਪਰਾਧ ਹੀ ਬੜੇ ਕਰਦੇ ਐ। ਹਾਂਜੀ, ਪੂਰਬ ਨਾਮ ਅਹੈ ਜਿਸ ਲਹਿਣਾ। ਉਹ ਖੈਰੇ ਕਹਿੰਦੇ ਵੀ ਕਿਹਦੀ ਗੱਲ ਕਰਦਾ? ਉਹ ਕਹਿਣ ਲੱਗਾ ਜਿਹਦਾ ਨਾਮ ਪਹਿਲਾਂ ਲੈਣਾ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਅਬ ਅੰਗਦ ਹੀ ਤਿਸ ਕੋ ਕਹਿਣਾ। ਤੇ ਹੁਣ ਜਿਹਦਾ ਨਾਮ ਅੰਗਦ ਹੈ, ਇੱਕ ਗੱਲ ਚੇਤਾ ਰੱਖਿਓ, ਈਰਖਾਲੂ ਬੰਦਾ ਨਾਮ ਨਹੀਂ ਚ ਸਤਿਕਾਰ ਨਾਲ ਲੈਂਦਾ ਜੀ। ਹਾਂਜੀ, ਲੋਕ ਜਿੰਨਾ ਮਰਜ਼ੀ ਮਹਾਰਾਜ ਨੂੰ ਕਹਿੰਦੇ ਆ ਵੀ ਵੇਖੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਆਖੋ ਸਾਰੇ। ਪਰ ਈਰਖਾਲੂ ਨਹੀਂ ਕਹਿੰਦਾ ਜੀ, ਉਹ ਤੇ ਕੱਲਾ ਹੀ ਨਾਮ ਲੈ ਰਿਹਾ ਮਹਾਰਾਜ ਦਾ। ਹਾਂਜੀ, ਨਾਮ ਆਨ ਆਪਣੋ ਤਰਵਾਇਓ। ਕਹਿਣ ਲੱਗਾ ਉਹਨੇ ਆਪਣਾ ਵੇਖੋ ਕਿੱਡਾ ਵੱਡਾ ਨਾਮ ਰਖਵਾਇਆ। ਹਾਂਜੀ, ਕਿਤ ਕਿਤ ਤੇ ਨਰ ਹੈ ਸਮੁਦਾਇਓ। ਕਦੀ ਇਧਰੋਂ ਲੋਕ ਆ ਜਾਂਦੇ, ਕਦੀ ਇਧਰੋਂ ਲੋਕ ਆ ਜਾਂਦੇ ਆ। ਹਾਂਜੀ, ਟੇਕਹਿ ਮਸਤਕ ਹੋਤ ਅਨੀਤੀ। ਕਹਿਣ ਲੱਗਾ ਉਹ ਗ੍ਰਸਤੀ ਨੇ ਤੇ ਲੋਕ ਮੱਥਾ ਟੇਕਣ ਦੇ ਪਾਪ ਹੋ ਰਿਹਾ। ਕਹਿੰਦਾ ਗੱਜ ਕੇ ਆਖੋ ਵਾਹਿਗੁਰੂ। ਬਸ ਘਬਰਾਇਓ ਨਾ, ਜੇ ਕੋਈ ਨਿੰਦਿਆ ਕਰਦਾ ਨਾ, ਲੱਗੇ ਰਹਿਣ ਦਿਓ ਤਗੜੇ ਹੋ ਕੇ। ਜਿਹੜੀ ਨਿੰਦਿਆ ਹੁੰਦੀ ਨਾ ਜੀ, ਤਰੱਕੀ ਵੀ ਉਹਦੀ ਹੁੰਦੀ ਜੀ। ਹਾਂਜੀ, ਨਹੀਂ ਸਾਧ ਪੁਨ ਗ੍ਰਸਤੀ ਰੀਤੀ। ਤੇ ਉਹ ਕਹਿਣ ਲੱਗਾ ਵੀ ਉਹ ਕਿਹੜਾ ਸਾਧ ਹੈ? ਤਪਾ ਮਹਾਰਾਜ ਬਾਰੇ ਕਹਿੰਦਾ ਉਹ ਤੇ ਆਮ ਗ੍ਰਸਤੀ ਨੇ। ਹਾਂਜੀ, ਕਰਹਿ ਪੁਜਾਵਨ ਲੋਕਨ ਪਾਸ। ਤੇ ਲੋਕਾਂ ਕੋਲੋਂ ਆਪਣੀ ਪੂਜਾ ਕਰਾਉਂਦੇ ਨੇ। ਹਾਂਜੀ, ਬੈਠੇ ਗੁਰਤਾ ਧਰਹਿ ਪ੍ਰਕਾਸ਼। ਤੇ ਕਹਿੰਦੇ ਅਸੀਂ ਗੁਰਤਾ ਗੱਦੀ ਤੇ ਬੈਠੇ ਆ, ਸਾਡੀ ਵਡਿਆਈ ਹੈ। ਕਹਿਣ ਲੱਗਾ ਇਹ ਕੰਮ ਗਲਤ ਹੋ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਤੇ ਬੜਾ ਕੁਝ ਉਹਨੇ ਮਹਾਰਾਜ ਬਾਰੇ ਆਖਿਆ ਜੀ, ਬੜਾ ਕੁਝ ਮਹਾਰਾਜ ਬਾਰੇ ਆਖਿਆ। ਸੰਗਤ ਜੀ ਅਸੀਂ ਸਿੱਖ ਹਾਂ, ਉਹਦੀ ਬੋਲੀ ਬੋਲੀ ਨਹੀਂ ਜਾ ਸਕਦੀ, ਪਰ ਉਹਨੇ ਕਮੀ ਨਹੀਂ ਛੱਡੀ ਜੀ। ਖੈਰਿਆਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਨਾ ਜੀ ਉਹਨੇ ਬੜਾ ਭੜਕਾਇਆ ਜੀ, ਬੜਾ ਭੜਕਾਇਆ। ਹਾਂਜੀ, ਪੁੱਤਰ ਭਾਰਜਾ ਮਹਿ ਉਤੋਂ ਪੜ ਕਰਹਿ ਪੁਜਾਵਨ। ਕਰਹਿ ਪੁਜਾਵਨ ਪੁਨ ਸਭ ਮਾਹੇ। ਹਾਂਜੀ, ਤੋ ਵਿਪਰੀਤ ਨਹੀਂ ਹੋਏ ਤਾਹੇ। ਜੇ ਕਹਿਣ ਲੱਗਾ ਉਹਨਾਂ ਦੀ ਪੂਜਾ ਨਾ ਹੋਵੇ ਤੇ ਫਿਰ ਕੋਈ ਪੁੱਠਾ ਕੰਮ ਨਹੀਂ ਹੋਏਗਾ, ਫਿਰ ਸਭ ਕੁਝ ਸਿੱਧਾ ਕੰਮ ਹੋਏਗਾ। ਹਾਂਜੀ, ਪੁੱਤਰ ਭਾਰਜਾ ਮਹਿ ਇਹ ਰਹੇ। ਕਥੰ ਪੁਜਾਵਨ ਨਰ ਤੇ ਲਹੈ। ਆਪਣੇ ਪੁੱਤਰਾਂ ਵਿੱਚ ਰਹਿੰਦਾ, ਵਹੁਟੀ ਆਪਣੀ ਨਾਲ ਰਹਿੰਦਾ, ਧੀਆਂ ਨਾਲ ਰਹਿੰਦਾ। ਇੰਜ ਮਹਾਰਾਜ ਬਾਰੇ ਆਖਿਆ ਜੀ ਉਹਨੇ। ਤੇ ਬੜੀ ਮਾੜੀ ਗੱਲ ਹੈਗੀ। ਜੇ ਉਹਨਾਂ ਦੀ ਪੂਜਾ ਹੋਏਗੀ ਤੇ ਮੀਂਹ ਨਹੀਂ ਪਏਗਾ। ਕਹਿਣ ਲੱਗਾ ਵੇਖ ਲੋ, ਐਵੇਂ ਨਾ ਲੋਕਾਂ ਮਗਰ ਲੱਗ ਜਿਆ ਕਰੋ, ਐਵੇਂ ਨਾ ਲੋਕਾਂ ਦੀਆਂ ਗੱਲਾਂ ਮਗਰ ਲੱਗ ਜਿਆ ਕਰੋ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਤੇ ਸ਼ਰਧਾ ਰੱਖਿਆ ਕਰੋ। ਵੇਖ ਲੋ, ਨਾ ਕੋਈ ਗੱਲ ਨਾ ਕੋਈ ਬਾਤ। ਮਹਾਰਾਜ ਇੰਨੇ ਵੱਡੇ ਸੱਚੇ ਪਾਤਸ਼ਾਹ ਤੇ ਉਹ ਕਿਹੜੀਆਂ ਗੱਲਾਂ ਕਰਨ ਦਿਆ ਜੀ, ਉਹ ਕਿਹੜੀਆਂ ਗੱਲਾਂ ਕਰਨ ਦਿਆ ਜੀ। ਹਾਂਜੀ, ਤਾਂ ਉਹ ਵੇਖੋ ਤਬ ਉਪਚਾਰ ਕਰਹੁ ਕਿਸ ਤੇਰਾ। ਹਾਂਜੀ, ਤਬ ਉਪਚਾਰ ਕਰਹੁ ਤਿਸ ਕੇਰਾ। ਫਿਰ ਤਬ ਅਬ ਉਪਚਾਰ ਕਰਹੁ ਕਿਸ ਤੇ ਕੇਰਾ। ਤੇ ਕਹਿਣ ਲੱਗਾ ਹੁਣ ਕੋਈ ਇਲਾਜ ਕਰੋ, ਉਹਨਾਂ ਦਾ ਇਲਾਜ ਕਰੋ। ਹਾਂਜੀ, ਕਬਹੂ ਬਰਖੈ ਮੇਘ ਬਡੇਰਾ। ਉਹਨਾਂ ਦਾ ਇਲਾਜ ਕਰੋ, ਉਹਨਾਂ ਦੀ ਪੂਜਾ ਬੰਦ ਕਰਾਓ। ਤੇ ਹੋ ਸਕੇ ਉਹ ਇਸ ਨਗਰੀ ਚੋਂ ਹੀ ਚਲੇ ਜਾਣ ਤੇ ਵੇਖਿਓ ਕਿੰਨਾ ਮੀਂਹ ਪੈਂਦਾ, ਕਿੰਨਾ ਮੀਂਹ ਪੈਂਦਾ। ਹਾਂਜੀ, ਸਭ ਮਿਲ ਜਾਵਹੁ ਅਬ ਉਸ ਪਾਸ। ਹੁਣ ਵੇਖ ਲਓ, ਫਿਰ ਤਿਆਰ ਵੀ ਕਰਤੇ ਬੰਦੇ। ਕਹਿੰਦਾ ਸਾਰੇ ਉਹਨਾਂ ਦੇ ਕੋਲ ਜਾਓ ਮਿਲ ਕੇ। ਹਾਂਜੀ,
ਆਪਨ ਗ੍ਰਾਮ ਤੇ ਦੇਹੋ ਨਿਕਾਸ। ਵਾਹਿਗੁਰੂ ਵਾਹਿਗੁਰੂ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਪਤਾ ਮਹਾਰਾਜ ਬਾਰੇ ਕੀ ਕਹਿੰਦਾ? ਕਹਿੰਦਾ ਉਹਨਾਂ ਨੂੰ ਨਗਰ ਚੋਂ ਹੀ ਕੱਢ ਦਿਓ, ਕੱਢ ਦਿਓ ਉਹਨਾਂ ਨੂੰ ਨਗਰ ਚੋਂ। ਹਾਂਜੀ। ਜਬ ਸੋ ਗ੍ਰਾਮ ਨਿਕਸ ਕੈ ਜਾਏ। ਜਦੋਂ ਉਹ ਇਸ ਪਿੰਡ ਵਿੱਚੋਂ ਨਿਕਲ ਜਾਣਗੇ, ਹਾਂਜੀ, ਬਾਹਰ ਤੁਮਾਰੋ ਹੋਵੇ ਮਨ ਭਾਏ। ਫਿਰ ਜੋ ਚਾਹੋਗੇ ਉਵੇਂ ਹੋ ਜਾਏਗਾ, ਕਹਿਣ ਲੱਗਾ। ਪਰ ਜਿੰਨਾ ਚਿਰ ਉਹ ਨੇ ਨਾ, ਉਹਨਾਂ ਚਿਰ ਮੀਂਹ ਨਹੀਂ ਪੈਣਾ। ਹੁਣ ਕੌਣ ਦੱਸੇ? ਉਹਨਾਂ ਦੇ ਤੇ ਸੇਵਕ ਹੀ ਮੀਂਹ ਪਵਾ ਸਕਦੇ ਆ। ਮੀਂਹ ਪਵਾਉਣਾ ਵੱਡੀ ਗੱਲ ਨਹੀਂ ਹੈਗੀ ਜੀ। ਰੱਬ ਦੇ ਪਿਆਰੇ ਨਾਮ ਜਪਣ ਵਾਲੇ ਅਰਦਾਸ ਕਰ ਦੇਣ, ਦੇਗ ਰੱਖ ਕੇ। ਗੁਰੂ ਨਾਨਕ ਦੇਵ ਜੀ ਨੇ ਮਰਜ਼ਾਦਾ ਦੱਸੀ, ਮੀਂਹ ਪੈ ਜਾਂਦਾ ਜੀ। ਹਾਂਜੀ। ਅਪਰ ਗ੍ਰਾਮ ਕਿਸ ਜਾਏ ਬਸੈ ਹੈ। ਉਹ ਕਿਸੇ ਹੋਰ ਪਿੰਡ ਚਲੇ ਜਾਣ, ਉੱਥੇ ਵਸਣ ਜਾ ਕੇ। ਹਾਂਜੀ। ਫੇਰ ਤੁਮਹੇ ਨਹਿ ਸੰਕਟ ਪੈ ਹੈ। ਫੇਰ ਨਹੀਂ ਕੋਈ ਸੰਕਟ ਆਏਗਾ ਤੁਹਾਨੂੰ, ਮੀਂਹ ਪਏਗਾ ਜਿੰਨਾ ਤੁਸੀਂ ਕਹੋਗੇ। ਹਾਂਜੀ। ਇਮ ਸੁਣ ਕੇ ਸਭ ਨੇ ਮਨ ਮਾਨੀ। ਉਹ ਇਹ ਸੁਣ ਕੇ ਸਾਰਿਆਂ ਹੀ ਉਹਦੀ ਗੱਲ ਮੰਨ ਲਈ। ਹਾਂਜੀ। ਕਹੋ ਤਪਾਜੀ ਤੁਮ ਸੱਚ ਬਾਨੀ। ਕਹਿੰਦੇ ਗੱਲ ਤੇ ਤੁਹਾਡੀ ਸੱਚੀ ਹੈ, ਮੂਰਖ ਸਨ ਨਾ। ਹਾਂਜੀ। ਗ੍ਰਸਤੀ ਹੋਏ ਪੁਜਾਵਨ ਕਰਹੀ। ਵੀ ਗ੍ਰਸਤੀ ਹੋ ਕੇ ਤੇ ਪੂਜਾ ਕਰਾ ਰਹੇ ਹੈ। ਹਾਂਜੀ। ਆਵਹਿ ਅਨਿਕ ਵਹਿਰ ਕੇ ਨਰਹੀ। ਤੇ ਬਾਹਰੋਂ ਬੜੇ ਲੋਕ ਆਉਂਦੇ ਇਹਨਾਂ ਦੇ ਕੋਲ। ਹਾਂਜੀ। ਤੁਮ ਤੋ ਤਿਸ ਕੋ ਮਾਨੈ ਨਾਹੀ। ਹਾਂਜੀ। ਜਾਏ ਸਮੀਪ ਤਾਹੇ ਨਿਕਸਾਹੀ। ਤੇ ਕਹਿਣ ਲੱਗੇ ਕੋਈ ਨਹੀਂ, ਹੁਣ ਆਪਾਂ ਇਕੱਠੇ ਹੋ ਕੇ ਉਹਨਾਂ ਦੇ ਕੋਲ ਜਾਣਾ ਤੇ ਉਹਨਾਂ ਨੂੰ ਕਹਿਣਾ ਵੀ ਇੱਥੋਂ ਚਲੇ ਜਾਓ, ਇੱਥੋਂ ਚਲੇ ਜਾਓ। ਹਾਂਜੀ। ਦੋਹਰਾ ਮੂਰਖ ਕਹਿਰੇ ਕ੍ਰਿਖੀ ਕਰ ਮਨ ਮਹਿ ਨਿਸ਼ਚੈ ਠਾਨ। ਬਸ ਉਹ ਮੂਰਖ ਇਕੱਠੇ ਹੋ ਗਏ ਜੀ ਸਾਰੇ ਜੀ। ਹਾਂਜੀ। ਮੂਰਖ ਇਕੱਠੇ ਹੋ ਕੇ ਨਾ ਜੀ, ਤੇ ਆ ਮਨ 'ਚ ਵਿਚਾਰ ਕਰਦੇ ਵੀ ਹੁਣ ਜਾਣਾ ਆਪਾਂ ਗੁਰੂ ਸਾਹਿਬ ਕੋਲ। ਹਾਂਜੀ। ਨਿੰਦਕ ਅਗੀ ਦੁਰਾਤਮਾ ਦੁਸ਼ਟ ਬਾਗ ਕੋ ਮਾਨ। ਤੇ ਨਿੰਦਕ ਦਾ, ਪਾਪੀ ਦਾ, ਮਾੜੀ ਮੱਤ ਵਾਲੇ ਦਾ ਕਹਿਣਾ ਮੰਨ ਲਿਆ ਜੀ ਉਹਨਾਂ ਨੇ। ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਜੇ। ਹਾਂਜੀ। ਚੌਪਈ ਅਨਹਤ ਕੋ ਬਚ ਹਿਤ ਕਰ ਮਾਨ। ਅਨਹਤ ਕੋ ਬਚ ਹਿਤ ਕਰ ਮਾਨਾ ਗੁਰੂ ਮਹਾਤਮਾ ਤੇ ਅਨਜਾਨਾ। ਅਨਹਿਤ ਕੋ ਬਚ ਹਿਤ ਕਰ ਮਾਨਾ। ਜਿਹੜੀ ਗੱਲ ਉਹਨਾਂ ਦੇ ਹਿੱਤ 'ਚ ਨਹੀਂ ਸੀ, ਉਹਨਾਂ ਸਮਝ ਲਿਆ ਵੀ ਸਾਡੇ ਹਿੱਤ 'ਚ ਹੈਗੀ ਹੈ। ਤੇ ਗੁਰੂ ਮਹਾਤਮ ਤੇ ਅਨਜਾਨਾ। ਗੁਰੂ ਸਾਹਿਬ ਦੀ ਕੋਈ ਵਡਿਆਈ ਨਹੀਂ ਹਿਰਦੇ 'ਚ ਵਸਾਈ। ਇੱਕ ਮੂਰਖ ਦੇ ਮਗਰ ਲੱਗ ਕੇ ਗੁਰੂ ਸਾਹਿਬ ਦੀ ਨਿੰਦਿਆ ਕਰਨ ਲੱਗ ਪਏ। ਹਾਂਜੀ। ਮਹਾਮੰਦ ਮਤ 9-10 ਮਿਲੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਮੰਦ ਮਤ, ਵੱਡੇ ਮੂਰਖ, 9 ਕੁ ਜਣਿਆਂ ਦੀ ਗਿਣਤੀ ਸੀ ਉਹਨਾਂ ਦੀ। ਹਾਂਜੀ। ਸ਼੍ਰੀ ਸਤਿਗੁਰ ਕੇ ਘਰ ਕੋ ਚਲੇ। ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵੱਲ ਨੂੰ ਤੁਰ ਪਏ ਜੀ। ਹਾਂਜੀ। ਇਮ ਤਰਕਨ ਹਿਤ ਗੁਰ ਟਿਕ ਗਏ। ਬਸ ਜੀ ਬੜੀਆਂ ਗੱਲਾਂ ਕਰਦੇ ਕਰਦੇ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਏ ਜੀ। ਹਾਂਜੀ। ਗਿਰਾ ਕਠੋਰੀ ਭਾਖਤ ਭਏ। ਕੋਈ ਉਹਨਾਂ ਮਿੱਠੇ ਬੋਲ ਨਹੀਂ ਬੋਲੇ ਜੀ। ਗੁਰੂ ਸਾਹਿਬ ਨੂੰ ਬੜੇ ਕਠੋਰ ਬੋਲ ਬੋਲੇ ਜੀ, ਬੜੇ ਕਠੋਰ ਬੋਲ ਬੋਲੇ ਜੀ ਉਹਨਾਂ ਨੇ। ਹਾਂਜੀ। ਇਹਾਂ ਬਸਨ ਨਹਿ ਨੀਕ ਤੁਮਾਰੋ। ਕਹਿਣ ਲੱਗੇ ਇੱਥੇ ਰਹਿਣਾ ਨਹੀਂ ਠੀਕ ਹੈਗਾ ਤੁਹਾਡਾ। ਹਾਂਜੀ। ਜਹ ਇੱਛਾ ਹੋ ਥਲ ਆਨ ਪਧਾਰੋ। ਕਿਸੇ ਹੋਰ ਥਾਂ ਤੇ ਚਲੇ ਜਾਓ, ਇੱਥੇ ਨਹੀਂ ਰਹਿ ਸਕਦੇ ਤੁਸੀਂ। ਹਾਂਜੀ। ਬਰਖਾ ਹਟੀ ਬਿਗਨ ਕ੍ਰਿਖ ਭਾਰੀ। ਜਦੋਂ ਬਾਰਿਸ਼ ਹੀ ਨਹੀਂ ਪੈ ਰਹੀ ਤੁਹਾਡੇ ਕਰਕੇ, ਇੱਥੇ ਤੁਸੀਂ ਇੱਥੇ ਰਹਿ ਰਹੇ ਹੋ। ਹਾਂਜੀ। ਅਖਲ ਗ੍ਰਾਮ ਕੋ ਸੰਕਟ ਧਾਰੀ। ਤੇ ਮਹਾਰਾਜ ਬੈਠੇ ਸੱਚੇ ਪਾਤਸ਼ਾਹ। ਤੇ ਪਤਾ ਮੂਰਖ ਕੀ ਕਹਿਣ ਲੱਗੇ? ਕਹਿੰਦੇ ਜਦੋਂ ਦੇ ਇੱਥੇ ਬੈਠੇ 'ਚ ਦੁੱਖ ਹੀ ਮਿਲਿਆ ਪਿੰਡ ਨੂੰ। ਤੇ ਕੌਣ ਦੱਸੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਮਹਾਰਾਜ ਦੇ ਚਰਨ ਪੈ ਜਾਣ ਤੇ ਥਾਂ ਭਾਖਾਂ ਵਾਲਾ ਹੋ ਜਾਂਦਾ ਜੀ। ਹਾਂਜੀ।
ਸਭਨ ਕੋ ਅਤ ਚਿੰਤਾ ਹੇਤ ਸਾਰਿਆਂ ਦੀ ਚਿੰਤਾ ਕਹਿੰਦੇ ਸਾਨੂੰ ਪਿੰਡ ਵਾਲਿਆਂ ਦੀ। ਹਾਂਜੀ। ਅਹੈ ਤੁਮਾਰੋ ਏਕ ਨਿਕੇਤ ਤੇ ਸਾਰਿਆਂ ਦੀ ਚਿੰਤਾ ਕੱਲੇ ਤੁਸੀਂ ਹੋ ਕਹਿਣ ਲੱਗੇ। ਹਾਂਜੀ। ਏਕ ਗ੍ਰਾਮ ਹਿਤ ਦੇਸ਼ ਦੁਖਾਵੈ ਤੋ ਇਹ ਤਿਆਗਨ ਹੀ ਬਨ ਆਵੈ। ਕਹਿਣ ਲੱਗੇ ਜੇ ਸਾਰੇ ਪਿੰਡ ਦੇ ਲੋਕ ਦੁਖੀ ਹੈ ਤਾਂ ਤੁਸੀਂ ਪਿੰਡ ਹੀ ਛੱਡ ਦਿਓ। ਇਹੋ ਜਿਹੀਆਂ ਗੱਲਾਂ ਗੁਰੂ ਸਾਹਿਬ ਨੂੰ ਆਖੀਆਂ ਜੀ, ਜਿਨ੍ਹਾਂ ਦੇ ਦਰਸ਼ਨ ਵਾਸਤੇ ਦੇਵੀ ਦੇਵਤੇ ਤਰਸਦੇ ਜੀ। ਹਾਂਜੀ। ਇੱਕ ਕੁਲ ਹੇਤ ਗ੍ਰਾਮ ਦੁਖ ਪਾਏ ਹਾਂਜੀ। ਤੋ ਤਿਸ ਕੁਲ ਕੋ ਤਿਆਗ ਕਰਾਏ। ਕਹਿਣ ਲੱਗੇ ਜੇ ਇੱਕ ਕੁੱਲ ਕਰਕੇ ਪਿੰਡ ਦੁਖੀ ਹੋਵੇ ਤਾਂ ਉਸ ਕੁੱਲ ਨੂੰ ਪਿੰਡ ਛੱਡ ਦੇਣਾ ਚਾਹੀਦਾ। ਹਾਂਜੀ। ਇਕ ਤੇ ਤਿਆਗੇ ਕੁਲ ਬਚ ਰਹੈ ਕਰਹਿ ਤਜਨ ਜੋ ਬੁੱਧ ਜਨ ਕਹੈ। ਪੂਰੀ ਕੁੱਲ 'ਚ ਇੱਕ ਬੰਦਾ ਖਰਾਬ ਹੋਵੇ ਤੇ ਕੁੱਲ ਉਹ ਬੰਦਾ ਛੱਡ ਦਿੰਦੀ ਹੈ। ਹਾਂਜੀ। ਜਾਂ ਤੇ ਤੁਮ ਘਰ ਤਿਆਗਨ ਕਰੇ ਸਗਰੋ ਗ੍ਰਾਮ ਚਿੰਤ ਕੋ ਹਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤੇ ਮੂਰਖ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਇਹ ਨਗਰ ਛੱਡ ਦਿਓ। ਕਹਿਣ ਲੱਗੇ ਸਾਡੀ ਚਿੰਤਾ ਦੂਰ ਹੋਵੇ ਸਾਰਿਆਂ ਦੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਏਮ ਮਨ ਜਾਨਹੁ ਨਿਕਸ ਸਿਧਾਰੋ ਨਹੀਂ ਘਟੀ ਅਬ ਰਹਿਨ ਤੁਮਾਰੋ। ਤੇ ਇਹ ਵਿਚਾਰ ਕੀਤੀ। ਕਹਿਣ ਲੱਗੇ ਵਿਚਾਰ ਹੈ ਸਾਡੀ ਤੇ ਤੁਸੀਂ ਹੁਣ ਚਲੇ ਜਾਓ। ਤੇ ਜਿਵੇਂ ਉਹਨਾਂ ਆਖਿਆ ਨਾ ਜੀ, ਡਰ ਲੱਗਦਾ ਗੁਰੂ ਦੇ ਸਿੱਖਾਂ, ਪਰ ਇਤਿਹਾਸ ਸੁਣਾਉਣਾ ਪੈ ਰਿਹਾ। ਕਹਿਣ ਲੱਗੇ ਵੀ ਤੁਹਾਨੂੰ ਇੱਕ ਘੜੀ ਵੀ ਨਹੀਂ ਅਸੀਂ ਰਹਿਣ ਦੇਣਾ ਇੱਥੇ, ਤੁਸੀਂ ਇੱਕ ਘੜੀ ਵੀ ਨਹੀਂ ਇੱਥੇ ਰਹਿ ਸਕਦੇ। ਹਾਂਜੀ। ਕਰਹੁ ਉਤਾਇਲ ਵਸਤਵ ਸਮਾਰੋ। ਛੇਤੀ ਛੇਤੀ ਚੀਜ਼ਾਂ ਇਕੱਠੀਆਂ ਕਰੋ ਆਪਣੇ ਘਰ ਦੀਆਂ। ਹਾਂਜੀ। ਰਹਿ ਸ਼ੇਖ ਤਰ ਜਾਹੋ ਅਗਾਰੋ। ਬਾਕੀ ਵਸਤਾਂ ਘਰ ਦੇ ਵਿੱਚ ਰੱਖ ਜੋ, ਪਰ ਜਿਹੜਾ ਚਾਹੀਦਾ ਸਮਾਨ ਲੈ ਜਾਓ ਇੱਥੋਂ ਤੇ ਛੇਤੀ ਚਲੇ ਜਾਓ। ਵੇਖ ਲਓ ਡਰ ਨਹੀਂ ਆਇਆ ਉਹਨਾਂ ਨੂੰ। ਹਾਂਜੀ। ਪੁਨ ਆਪਣੀ ਲੈ ਗਮਨੋ ਸਾਰੀ ਚਲੇ ਜਾਹੋ ਨਹਿ ਕਰਹੋ ਅਵਾਰੀ। ਤੇ ਬਸ ਛੇਤੀ ਛੇਤੀ ਕਰੋ, ਦੇਰ ਨਾ ਲਾਓ ਤੇ ਮੁੜ ਆ ਕੇ ਸਮਾਨ ਲੈ ਜਾਓ, ਪਰ ਇੱਕ ਵਾਰੀ ਪਿੰਡ ਚੋਂ ਚਲੇ ਜਾਓ ਕਹਿੰਦੇ। ਹਾਂਜੀ। ਗ੍ਰਾਮਾ ਧੀਸ ਗ੍ਰਾਮ ਨਰ ਸਾਰਨ ਮਤੋ ਏਕ ਹੈ ਵਹਿਰ ਨਿਕਾਰਨ। ਸਾਰੇ ਲੰਬੜਦਾਰਾਂ ਦਾ, ਪਿੰਡ ਦੇ ਮਾਲਕਾਂ ਦਾ, ਚੌਧਰੀਆਂ ਦਾ ਇਹੋ ਹੀ ਮਤਾ ਹੈਗਾ ਵੀ ਤੁਸੀਂ ਪਿੰਡ ਚੋਂ ਜਾਓ। ਐਵੇਂ ਧੱਕਾ ਪਾਲਟੀ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਰੀਆਂ ਹੀ ਥਾਵਾਂ ਤੇ ਹੁੰਦੀ ਜੇ ਧੱਕਾ ਪਾਲਟੀ ਜਿਹੜੀ ਵੀ। ਹਾਂਜੀ। ਕੋਏ ਨਾ ਪੱਖ ਤੁਮਾਰੋ ਕਰਹੀ। ਕਹਿੰਦੇ ਤੁਹਾਡਾ ਪੱਖ ਕਰਨਾ ਨਹੀਂ ਕਿਸੇ ਨੇ, ਮੀਂਹ ਚਾਹੀਦਾ ਸਾਰਿਆਂ ਨੂੰ। ਹਾਂਜੀ। ਜਿਸ ਤੇ ਰਹੋ ਧੀਰ ਉਰ ਧਰਹੀ। ਤੇ ਲੋਕਾਂ ਨੂੰ ਹੌਸਲਾ ਨਹੀਂ ਆਉਣਾ ਉਹਨਾਂ ਚਿਰ ਤੱਕ। ਹਾਂਜੀ। ਬੜ ਬੁੱਧਵੰਤ ਤਪਾ ਜੀ ਕਹਿਓ। ਤੇ ਫਿਰ ਵਿੱਚੋਂ ਗੱਲ ਦੱਸ ਵੀ ਦਿੱਤੀ ਜੀ। ਕਹਿੰਦੇ ਸਾਨੂੰ ਤਪੇ ਨੇ ਆਖਿਆ। ਹਾਂਜੀ। ਤਿਸ ਕੋ ਬਸੇ ਤੁਮਨ ਦੁਖ ਸਹਿਓ। ਉਹਨੇ ਦੱਸਿਆ ਤਪੇ ਨੇ ਜਿੰਨਾ ਚਿਰ ਤੱਕ ਤੁਸਾਂ ਰਹਿਣਾ ਉਹਨਾਂ ਚਿਰ ਤੱਕ ਦੁੱਖ ਰਹਿਣਾ। ਕੌਣ ਦੱਸੇ? ਸੱਚੇ ਪਾਤਸ਼ਾਹ ਸਤਿਗੁਰੂ ਤੇ ਹੈ ਹੀ ਸੁੱਖਾਂ ਦੇ ਘਰ ਹਨ, ਪਰ ਪਛਾਣ ਨਹੀਂ ਸਕੇ ਮਹਾਰਾਜ। ਪੁੱਠੀਆਂ ਗੱਲਾਂ ਕਰਨ ਦੇ। ਹਾਂਜੀ। ਕਰੀ ਗ੍ਰਾਮ ਪਰ ਕਿਰਪਾ ਬਡੇਰ ਜਤਨ ਬਤਾਇਓ ਬਰਖਾ ਕੇਰ। ਤੇ ਉਲਟਾ ਕਹਿੰਦੇ ਤਪੇ ਨੇ ਬੜੀ ਕਿਰਪਾ ਕੀਤੀ ਪਿੰਡ ਤੇ। ਉਹਨੇ ਦੱਸ ਦਿੱਤਾ ਵੀ ਮੀਂਹ ਕਿਵੇਂ ਪੈਣਾ। ਹਾਂਜੀ। ਨਈ ਰੀਤ ਤੁਮਨੇ ਇਹੋ ਧਰੀ ਨਹਿ ਗ੍ਰਸਤੀ ਨਾ ਫਕੀਰੀ ਕਰੀ। ਕਹਿਣ ਲੱਗੇ ਤੁਸੀਂ ਨਵੀਂ ਰੀਤੀ ਧਾਰਨ ਕੀਤੀ ਹੈ, ਨਾ ਗ੍ਰਸਤੀ ਹੋ ਨਾ ਫਕੀਰ ਹੋ। ਹਾਂਜੀ। ਇਸੀ ਦੋਸ਼ ਤੇ ਕੰਨ ਨਹਿ ਆਵੈ ਕ੍ਰਿਖੀ ਸ਼ੁਸ਼ਕ ਨੀਰ ਨਾ ਬਰਖਾਵੈ। ਇਸੇ ਕਰਕੇ ਪਿੰਡ 'ਚ ਬੱਦਲ ਨਹੀਂ ਆਉਂਦੇ, ਮੀਂਹ ਨਹੀਂ ਪੈਂਦਿਆ ਤੇ ਖੇਤੀ ਸੁੱਕੀ ਪਈ। ਬੰਦਾ ਇਹਨਾਂ ਮੂਰਖਾਂ ਨੂੰ ਪੁੱਛੇ ਵੀ ਅੱਗੇ ਕਿਵੇਂ ਮੀਂਹ ਪੈਂਦਾ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਪਰ ਜਦੋਂ ਚੁੱਕਣਾ 'ਚ ਆ ਜਾਣ ਜੀ, ਚੁੱਕਣਾ ਪੱਥਰ ਪਾੜ ਦਿੰਦੀ ਹੈ ਜੀ। ਹਾਂਜੀ। ਪੰਚਾਇਤ ਪਤ ਹੈ ਇਸ ਗ੍ਰਾਮ ਸੋ ਸਭ ਕਹਿ ਨਿਕਸੋ ਤਜ ਧਾਮ। ਐਵੇਂ ਹੀ ਪੰਚਾਇਤ ਦਾ ਨਾਮ ਲਾਤਾ ਵੀ ਪੰਚਾਇਤ ਨੇ ਵੀ ਆਖਿਆ ਤੁਸੀਂ ਚਲੇ ਜਾਓ।
ਤੇ ਮਹਾਰਾਜ ਚੁੱਪ ਕਰਕੇ ਸੁਣਦੇ ਰਹੇ। ਤੁਸੀਂ ਸੁਣਦੇ ਨਾ, ਵੇਖੋ ਕਿੰਨੀਆਂ ਗੱਲਾਂ ਆ ਕੇ ਕੀਤੀਆਂ। ਹੰਕਾਰੀ ਬੰਦਾ ਆਉਂਦਾ ਬੋਲਣਾ ਹੀ ਸ਼ੁਰੂ ਹੋ ਜਾਏਗਾ ਜੀ। ਕਿੰਨੀਆਂ ਗੱਲਾਂ ਕੀਤੀਆਂ, ਮਹਾਰਾਜ ਚੁੱਪ ਕਰਕੇ ਸੁਣ ਰਹੇ ਜੀ। ਹਾਂਜੀ, ਸੁਨ ਕੈ ਸ੍ਰੀ ਗੁਰੂ ਅੰਗਦ ਕਹਿਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕਿਹਾ, ਹਾਂਜੀ, ਬਾਸ ਹਮਾਰ ਕਾਲ ਚਿਰ ਰਹਿਓ। ਮਹਾਰਾਜ ਗਰੀਬ ਨਵਾਜ ਬੜੇ ਸਹਿਜੇ ਨਾਲ ਕਹਿਣ ਲੱਗੇ, ਪਿਆਰਿਓ ਅਸੀਂ ਤੇ ਬੜੇ ਚਿਰ ਦੇ ਇੱਥੇ ਰਹਿ ਰਹੇ ਹਾਂ। ਹਾਂਜੀ, ਨਿਤ ਬਰਖਾ ਬਰਖਤ ਕ੍ਰਿਖ ਹੋਈ। ਹਰ ਵਾਰ ਮੀਂਹ ਵੀ ਪੈਂਦਾ ਹੈ, ਹਰ ਵਾਰ ਖੇਤੀ ਵੀ ਹੁੰਦੀ ਹੈ। ਹਾਂਜੀ, ਹਮਰੋ ਦੋਸ਼ ਕਹਿ ਕਿਮ ਆਹਾ। ਹੋਈ। ਸੱਚੇ ਪਾਤਸ਼ਾਹ ਆਪ ਜਿਨ੍ਹਾਂ ਨੂੰ ਯਾਦ ਕੀਤਿਆਂ ਦੁੱਖ ਦੂਰ ਹੁੰਦੇ ਆ। ਮਹਾਰਾਜ ਕਹਿੰਦੇ ਦੱਸੋ ਸਾਡਾ ਕੀ ਦੋਸ਼ ਹੈਗਾ, ਸਾਡਾ ਕੀ ਕਸੂਰ ਹੈਗਾ ਜੇ ਮੀਂਹ ਨਹੀਂ ਪੈ ਰਿਹਾ ਤੇ। ਹਾਂਜੀ, ਪੁਰਸ਼ਨ ਕੇ ਕਰਮਨ ਅਨੁਸਾਰ। ਇਹ ਤੇ ਤੁਹਾਡੇ ਸਾਡੇ ਕਰਮ ਨੇ, ਮਹਾਰਾਜ ਕਹਿੰਦੇ ਬੰਦਿਆਂ ਦੇ ਕਰਮਾਂ ਅਨੁਸਾਰ ਹੈ। ਹਾਂਜੀ, ਦੁੱਖ ਸੁਖ ਉਪਜਤ ਬਾਰੰਬਾਰ। ਦੁੱਖ ਸੁੱਖ ਇੱਕ ਬੰਦੇ ਦੇ ਕਰਮ ਦੇ ਅਨੁਸਾਰ ਨੇ। ਹਾਂਜੀ, ਕਬਹੂ ਸੁਖੀ ਕਬਹੇ ਦੁਖ ਤੇ ਪਾਵੈ। ਮਹਾਰਾਜ ਕਹਿੰਦੇ ਇਹ ਕਿਹੜੀ ਗੱਲ ਹੈਗੀ, ਕਦੀ ਬੰਦਾ ਸੁਖੀ ਹੋ ਜਾਂਦਾ ਤੇ ਕਦੀ ਦੁਖੀ ਹੋ ਜਾਂਦਾ। ਮਹਾਰਾਜ ਬਾਣੀ 'ਚ ਕਹਿੰਦੇ ਨਾ, ਸੁੱਖ ਦੁੱਖ ਕੀ ਹੈ, ਕੱਪੜੇ ਹੈ। ਤੇ ਇਹ ਕੁਦਰਤੀ ਹੈ, ਇੱਕ ਕੱਪੜਾ ਲਾਉਂਦੇ ਆ ਇੱਕ ਪਾਉਂਦੇ ਆ। ਮਹਾਰਾਜ ਕਹਿੰਦੇ ਆ ਜਿਹੜੇ ਇਹ ਕੱਪੜੇ ਨੇ ਦੋਵੇਂ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ। ਮਹਾਰਾਜ ਕਹਿੰਦੇ ਤੇ ਕੱਪੜੇ ਨੇ। ਹਾਂਜੀ, ਜਿਮ ਨਿਸ ਦਿਨ ਆਵਤ ਪੁੰਨ ਜਾਵੈ। ਮਹਾਰਾਜ ਕਹਿੰਦੇ ਇਹ ਕਿਹੜੀ ਗੱਲ ਹੈਗੀ, ਅੱਜ ਦੁੱਖ ਹੈ ਕੱਲ ਨੂੰ ਸੁੱਖ ਆ ਜਾਣਾ। ਹਾਂਜੀ, ਰਾਓ ਰੰਕ ਕੇ ਏਕ ਸਮਾਨ। ਹਾਂਜੀ। ਉਪਜਤ ਹੈ ਅਵश्य ਨਹਿ ਹਾਨ। ਗੱਜ ਕੇ ਆਖੋ ਵਾਹਿਗੁਰੂ। ਭਾਵੇਂ ਮਹਾਰਾਜ ਕਹਿੰਦੇ ਰਾਜਾ ਹੋਵੇ ਤੇ ਭਾਵੇਂ ਕੋਈ ਰੰਕ ਹੋਵੇ, ਗਰੀਬ ਹੋਵੇ, ਸੁੱਖ ਦੁੱਖ ਤੇ ਸਾਰਿਆਂ ਨੂੰ ਬਰਾਬਰ ਹੀ ਆਉਂਦੇ ਆ ਨਾ। ਇਹ ਕਿਹੜੀ ਗੱਲ ਹੋ ਗਈ, ਮਹਾਰਾਜ ਕਹਿੰਦੇ। ਹਾਂਜੀ, ਸੁਖ ਹੋਏ ਹਰ ਖਾਏ ਹੰਕਾਰਤ। ਅਧਿਕ ਹੰਤਾ ਆਪਣੀ ਧਾਰਤ। ਮਹਾਰਾਜ ਨੇ ਕਹਿ ਦਿੱਤਾ। ਮਹਾਰਾਜ ਕਹਿੰਦੇ ਸੁੱਖ ਹੋਵੇ ਤੇ ਬੰਦਾ ਹੰਕਾਰ ਧਾਰਨ ਕਰ ਲੈਂਦਾ ਜੀ। ਹਾਂਜੀ, ਦੁੱਖ ਕੋ ਪਾਏ ਦੀਨ ਹੋਏ ਜਾਹੇ। ਤੇ ਦੁੱਖ ਜਦੋਂ ਹੁੰਦਾ ਫਿਰ ਬੜਾ ਨਿਮਾਣਾ ਬਣ ਜਾਂਦਾ ਜੀ। ਹਾਂਜੀ, ਦਿਓ ਪ੍ਰਭੂ ਨੇ ਕਹਿ ਬਿਲ ਲਾਹੇ। ਤੇ ਇਹ ਨਹੀਂ ਬੰਦਾ ਕਹਿੰਦਾ ਵੀ ਮੇਰੇ ਕਰਮਾਂ ਕਰਕੇ ਹੀ ਦੁੱਖ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਫਿਰ ਬੰਦਾ ਕਹਿੰਦਾ ਵੀ ਰੱਬ ਨੇ ਦੁੱਖ ਦੇ ਦਿੱਤਾ, ਫਿਰ ਨਾਮ ਸਿੱਧਾ ਹੀ ਰੱਬ ਦਾ ਚੱਲਦਾ ਜੀ। ਹਾਂਜੀ, ਈਸ਼ਰ ਬਿਖੈ ਅਰੋਪਹਿ ਦੋਸ਼। ਹਾਂਜੀ। ਨਿਜ ਕਰਮਨ ਕਤ ਕੀ ਨਹਿ ਹੋਸ਼। ਫਿਰ ਬੰਦਾ ਰੱਬ ਨੂੰ ਦੋਸ਼ ਦਿੰਦਾ, ਆਪਣੇ ਕਰਮ ਨਹੀਂ ਵੇਖਦਾ। ਮਹਾਰਾਜ ਕਹਿੰਦੇ ਜੇ ਮੀਂਹ ਨਹੀਂ ਪੈ ਰਿਹਾ ਤੇ ਸਾਡੇ ਕਰਮਾਂ ਦਾ ਚੱਕਰ ਹੋਏਗਾ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਧੀਰਜ ਵਾਲੇ ਬਚਨ ਕਹੇ ਜੀ ਉਹਨਾਂ ਨੂੰ। ਹਾਂਜੀ, ਸੁਨ ਕੈ ਗੁਰ ਕੇ ਬਚਨ ਅਨਸੁਖ ਸਾਰ। ਹਾਂਜੀ। ਪੁਨਹਿ ਭਨੀ ਪਰਖਾ ਕ੍ਰਿਖਕਾਰ। ਗੱਜ ਕੇ ਆਖੋ ਵਾਹਿਗੁਰੂ। ਸੁਨ ਕੈ ਗੁਰ ਕੇ ਬਚ ਸੁਖਕਾਰ। ਸੁਖਾਂ ਦੇ ਸਾਰ ਬਚਨ ਮਹਾਰਾਜ ਦੇ ਸੁਣੇ, ਪਰ ਉਹਨਾਂ ਨੂੰ ਕੋਈ ਅਸਰ ਨਹੀਂ ਜੀ। ਚੁੱਕਣਾ ਚ ਜੂ ਹੈਗੇ ਜੀ। ਪੁਨਹਿ ਭਨੀ ਪੁਰਖਾ ਕ੍ਰਿਖਕਾਰ। ਉਹ ਕਿਸਾਨ ਫਿਰ ਮਹਾਰਾਜ ਨੂੰ ਕਹਿਣ ਲੱਗੇ। ਹਾਂਜੀ, ਕੋ ਕਬ ਸੁਨੈ ਨਾ ਗਿਆਨ ਤੁਮਾਰੋ। ਕਹਿੰਦੇ ਅਸੀਂ ਗਿਆਨ ਧਿਆਨ ਨਹੀਂ ਸੁਣਨਾ ਤੁਹਾਡਾ। ਹਾਂਜੀ, ਮਤ ਸਭ ਕੋ ਤੁਮ ਨਿਕਸ ਸਿਧਾਰੋ। ਤੇ ਤੁਸੀਂ ਸਾਡੇ ਸਾਰਿਆਂ ਦਾ ਇੱਕੋ ਹੀ ਮਤ ਹੈਗਾ, ਤੁਸੀਂ ਪਿੰਡ ਚੋਂ ਚੱਲੋ ਇੱਥੋਂ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਨਾਹੇ ਤਾਂ ਗਹਿ ਕੈ ਬਾਹ ਤੁਮਾਰੀ। ਨਹੀਂ ਤੇ ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਹੁਣ ਪੁੱਠੀਆਂ ਗੱਲਾਂ ਜ਼ਿਆਦੀਆਂ ਹੀ ਕਰਨ ਲੱਗ, ਹਉਮੈ ਜ਼ਿਆਦਾ ਵੱਧ ਗਈ। ਕਹਿਣ ਲੱਗੇ ਜੇ ਨਹੀਂ ਗਏ ਬਾਂਹ ਫੜ ਕੇ ਭੇਜ ਦਿਆਂਗੇ। ਹਾਂਜੀ, ਤੂਰਨ ਬਲ ਕਰ ਦੇਹ ਨਿਕਾਰੀ। ਧੱਕੇ ਨਾ ਭੇਜ ਦਿਆਂਗੇ ਇੱਥੋਂ। ਹਾਂਜੀ, ਤਪੇ ਬਖਾਨਿਓ ਹਟੇ ਸੋ ਨਾਹੀ। ਹਾਂਜੀ। ਬਾਤੈ ਆਨ ਬਣਾਵਹੁ ਕਾਹੀ। ਉਹ ਨਾ ਆਪਸ 'ਚ ਗੱਲਾਂ ਕਰਦੇ, ਕਹਿੰਦੇ ਸਾਨੂੰ ਤੇ ਤਪੇ ਨੇ ਪਹਿਲਾਂ ਹੀ ਕਿਹਾ ਸੀ ਵੀ ਉਹਨੇ ਗਿਆਨ ਧਿਆਨ ਤੁਹਾਨੂੰ ਬੜਾ ਸੁਣਾਉਣਾ।
ਤੇ ਵੇਖ ਲੋ ਉਹ ਹੋ ਰਿਹਾ ਕਹਿੰਦੇ। ਹਾਂਜੀ। ਸ਼੍ਰੀ ਅੰਗਦ ਸੁਨ ਬਹੁ ਬਿਕਸਾਨੇ। ਮਹਾਰਾਜ ਨੂੰ ਜਦੋਂ ਉਹਨਾਂ ਕਿਹਾ ਨਾ ਵੀ ਬਾਹੋਂ ਫੜ ਕੇ ਧੱਕੇ ਵੀ ਦੇ ਦਿਆਂਗੇ, ਤੇ ਮਹਾਰਾਜ ਸ਼ਾਂਤੀ ਦੀ ਮੂਰਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਮੁਸਕਰਾਉਣ ਲੱਗ ਪਏ ਜੀ, ਖੁਸ਼ ਹੋਣ ਲੱਗ ਪਏ ਜੀ। ਹਾਂਜੀ। ਬੁੱਢੇ ਸੋਂ ਅਸਬਾਚ ਬਖਾਨੇ। ਤੇ ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿਣ ਲੱਗ ਪਏ ਜੀ, ਬੁੱਢੇ ਸੌ ਅਸਬਾਕ ਬਖਾਨੇ। ਬਾਬਾ ਜੀ ਲੱਗੇ ਸਨ। ਹੁਣ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਬਾਬਾ ਜੀ ਨੂੰ ਨਹੀਂ ਵੀਰ ਰਸ ਆਇਆ ਹੋਏਗਾ ਜੀ। ਹਾਂਜੀ। ਉਠਵਾਵਹੁ ਪਰਯੰਕ ਹਮਾਰੋ, ਹਮ ਤੇ ਇਨਕੋ ਹੋਤ ਬਿਗਾਰੋ। ਮਹਾਰਾਜ ਨਿਮਰਤਾ ਦੇ ਘਰ ਮਰ ਕਹਿੰਦੇ ਬਾਬਾ ਜੀ ਸਾਡਾ ਪਲੰਘਾ ਚੁਕਵਾਓ, ਸਾਡੇ ਰਹਿਣ ਕਰਕੇ ਨਾ ਇਹਨਾਂ ਦਾ ਨੁਕਸਾਨ ਹੋ ਰਿਹਾ। ਕਹਿਣ ਲੱਗੇ ਧੰਨ ਨਿਮਰਤਾ ਮਹਾਰਾਜ ਦੀ। ਹਾਂਜੀ। ਜੰਗਲ ਮੈਂ ਇੱਕ ਡੀਹ ਪੁਰਾਨੀ, ਖਾਨ ਰਜਾਦਾ ਨਾਮ ਬਖਾਨੀ। ਮਹਾਰਾਜ ਕਹਿੰਦੇ ਜੰਗਲ 'ਚ ਇੱਕ ਪੁਰਾਣਾ ਥੇ ਹੈਗਾ, ਖਾਨ ਰਜਾਦੇ ਦਾ ਥੇ ਹੈਗਾ। ਅਸੀਂ ਦਰਸ਼ਨ ਕੀਤੇ ਸੀ। ਹੁਣ ਤੇ ਪਿੰਡ ਹੈ, ਨਗਰ ਵਸਿਆ, ਗੁਰਦੁਆਰਾ ਬਣਿਆ ਉੱਥੇ। ਉਸ ਸਮੇਂ ਥੇ ਸੀਗਾ ਜੀ। ਹਾਂਜੀ। ਚਲੋ ਤਹਾਂ ਹਮ ਰਹੇ ਇਕੰਤ। ਮਹਾਰਾਜ ਕਹਿੰਦੇ ਚਲੋ ਬਾਬਾ ਜੀ ਉੱਥੇ ਚੱਲੀਏ, ਇਕੱਲੇ ਰਹੀਏ, ਸਾਡੇ ਰਹਿਣ ਦਾ ਨਾ ਇਹਨਾਂ ਦਾ ਨੁਕਸਾਨ ਹੁੰਦਾ ਕਹਿੰਦੇ। ਹਾਂਜੀ। ਸ਼ੁਭਤ ਇਕੰਤ ਹੈ ਸੰਤ ਮਹੰਤ। ਤੇ ਇੱਕ ਕਹਾਵਤ ਹੈ, ਸੰਤ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ। ਮਹਾਰਾਜ ਕਹਿੰਦੇ ਸੰਤ ਮਹਾਤਮਾ ਇਕੱਲੇ ਹੀ ਠੀਕ ਰਹਿੰਦੇ। ਮਹਾਰਾਜ ਕਹਿੰਦੇ ਇਹੋ ਜਿਹੇ ਪਸਾਰੇ 'ਚ ਕੀ ਕਰਨਾ। ਅੱਜ ਕਬਜ਼ਾ ਪਾਲਟੀਆਂ ਨੇ। ਬਾਬਾ ਠਾਕਰ ਸਿੰਘ ਜੀ ਸਾਧ ਸੰਗਤ ਜੀ, ਉਹਨਾਂ ਨੂੰ ਕਿਸੇ ਪਿੰਡ ਵਾਲਿਆਂ ਨੇ ਜ਼ਮੀਨ ਦਿੱਤੀ ਪੰਚਾਇਤ ਦੀ, ਵੀ ਇਹਨੂੰ ਵਾਹ ਕੇ ਤੇ ਲੰਗਰ ਵਿੱਚ ਵਰਤ ਲਿਆ ਕਰੋ। ਤੇ ਪਤਾ ਨਹੀਂ ਕੀ ਹੋਇਆ ਜੀ, ਵਿੱਚ ਬੰਦੇ ਦੁਬਧਾ ਵਾਲੇ ਆ ਗਏ। ਤੇ ਜਦੋਂ ਗਏ ਨਾ ਜੀ ਸਿੰਘ ਉੱਥੇ, ਉਹ ਪਿੰਡ ਦੇ ਲੋਕ ਬੁਰਾ ਬੋਲਣ ਲੱਗ ਪਏ ਜੀ। ਬਸ ਬਾਬਾ ਜੀ ਨੇ ਖਿੰਨ ਨਹੀਂ ਲਾਇਆ ਜੀ, ਉਸੇ ਵੇਲੇ ਪੰਚਾਇਤ ਨੂੰ ਸੱਦ ਕੇ ਆਖਿਆ ਸਾਂਭ ਲਓ ਜ਼ਮੀਨ, ਅਸੀਂ ਕੀ ਕਰਨਾ ਕਹਿੰਦੇ, ਅਸੀਂ ਇਹਨਾਂ ਪੰਗਿਆਂ 'ਚ ਕਿਉਂ ਪੈਣਾ ਕਹਿੰਦੇ। ਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਅਸੀਂ ਇਕੱਲੇ ਹੀ ਠੀਕ ਹੈਗੇ ਆ। ਹਾਂਜੀ। ਸੁਨ ਕੈ ਸਭ ਸਿੱਖਨ ਮਨ ਜਾਨਾ, ਤਪੇ ਅਸ਼ੂਯਕ ਦੁਸ਼ਟ ਬਖਾਨਾ। ਉਹ ਸੁਣ ਕੇ ਸਿੱਖਾਂ ਨੇ ਜਾਣ ਲਿਆ ਵੀ ਇਹ ਤਪੇ ਦਾ ਕੰਮ ਹੈਗਾ। ਤਪੇ ਨੇ ਚੁਗਲੀ ਲਾਈ ਈਰਖਾ ਵਿੱਚ। ਹਾਂਜੀ। ਰਾਹਕ ਮੂਰਖ ਲਖੇ ਨਾ ਕੈਸੇ, ਅਘੀ ਈਰਖਾ ਠਾਨਹਿ ਜੈਸੇ। ਇਹ ਮੂਰਖ ਨੇ ਕਿਸਾਨ, ਇਹ ਉਹਦੇ ਮਗਰ ਲੱਗ ਗਏ ਤੇ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਏ। ਹਾਂਜੀ। ਅਪਰ ਉਪਾਵ ਬਨਤ ਕੁਛ ਨਾਹੀ, ਨਿਕਸਹਿ ਚਲਹਿ ਆਨ ਥਲ ਮਾਹੀ। ਤੁਸੀਂ ਹਿਸਾਬ ਲਾਓ ਵੀ ਮਹਾਰਾਜ ਦਾ ਆਪਣਾ ਘਰ ਹੈ, ਕਿਸੇ ਦਾ ਥੋੜੀ ਹੈ। ਆਪਣਾ ਘਰ ਹੈ ਗੁਰੂ ਸਾਹਿਬ ਦਾ, ਪਰ ਉਹਨਾਂ ਲੋਕਾਂ ਦਾ ਜ਼ੋਰ ਇੰਨਾ ਚੱਲ ਗਿਆ। ਗੁਰੂ ਸਾਹਿਬ ਅੱਗੇ ਕੋਈ ਜ਼ੋਰ ਨਹੀਂ, ਪਰ ਉਹਨਾਂ ਰੌਲਾ ਰੱਪਾ ਇੰਨਾ ਪਾ ਲਿਆ, ਸਿੱਖ ਸੋਚਦੇ ਹੁਣ ਕੋਈ ਰਾਹ ਹੋਰ ਨਹੀਂ ਹੈਗਾ। ਹਾਂਜੀ। ਕਰਹਿ ਦੇਰ ਬਿਗਰਹਿ ਮਤ ਮੰਦੇ, ਮਹਾ ਮੂੜ ਮਿਲ ਜਹਿ ਬਰਿੰਦੇ। ਤੇ ਇਹ ਮੂਰਖ ਮਾੜੀ ਮੱਤ ਵਾਲੇ ਔਖੇ ਹੀ ਹੋਣਗੇ, ਬਾਅਦ ਵਿੱਚ ਦੁਖੀ ਹੋਣਗੇ। ਮਹਾਰਾਜ ਦੀ ਬੇਅਦਬੀ ਕਰ ਰਹੇ ਹੈ। ਹਾਂਜੀ। ਲੱਖ ਅਜਤਨ ਨਿਕਸਨ ਹੀ ਜਹਾ, ਚਲੇ ਵਹਿਰ ਕੋ ਸੋ ਥਲ ਜਹਾਂ। ਹਾਂਜੀ। ਕਰਿਖ ਕਾਰਨ ਸੋ ਨਿਕਸਤ ਕਹਿਓ, ਹਮਰੇ ਬਾਸ ਜੇ ਤੁਮ ਦੁਖ ਲਹਿਓ। ਤੇ ਮਹਾਰਾਜ ਗਰੀਬ ਨਵਾਜ ਤੁਰ ਪਏ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਸਾਡੇ ਜਾਇਆ ਤੁਸੀਂ ਸੁਖੀ ਹੋ ਜਾਂਦੇ ਹੋ ਤੇ ਸਾਨੂੰ ਹੋਰ ਕੀ ਚਾਹੀਦਾ। ਕਹਿਣ ਲੱਗੇ ਤੁਸੀਂ ਸੁਖੀ ਹੋ ਜਾਓ। ਮਹਾਰਾਜ ਕਹਿਣ ਲੱਗੇ ਕਿੰਨੀ ਨਿਮਰਤਾ ਜੀ। ਨਹੀਂ ਤੇ ਚਲੋ ਸਾਂਝੀ ਥਾਂ ਹੋਵੇ ਗੱਲ ਹੋਰ ਹੈ, ਘਰ ਗੁਰੂ ਸਾਹਿਬ ਦਾ ਜੀ, ਘਰ ਗੁਰੂ ਸਾਹਿਬ ਦਾ, ਪਰ ਪਿੰਡ ਵਾਲਿਆਂ ਦਾ ਜ਼ੋਰ ਹੈ ਜੀ ਪੂਰਾ।
ਪਰ ਉਹ ਜਿਹਨੇ ਨਿੰਦਿਆ ਚੁਗਲੀ ਈਰਖਾ ਕੀਤੀ ਹੈ ਨਾ, ਪਿੱਛੋਂ ਵੇਖਿਓ ਉਹਦਾ ਹਾਲ ਕੀ ਹੋਣਾ ਜੀ। ਮਹਾਰਾਜ ਬਾਣੀ ਚ ਕਹਿੰਦੇ ਆ, ਆਰੜਾਵੈ ਬਿਲ ਲਾਵੈ, ਨਿੰਦਕ ਆਪਣਾ ਕੀਤਾ ਪਾਵੈ ਨਿੰਦਕ। ਦੁਖੀ ਹੋਣਾ ਪੈਂਦਾ ਜੀ ਫਿਰ। ਸੋ ਨਿੰਦਾ ਜਿਹੜੀ ਹੈ ਸਤਿਗੁਰੂ ਦੀ, ਇਹ ਤੇ ਫਿਰ ਇਹਨਾਂ ਨੂੰ ਲੈ ਬਹੇਗੀ ਜੀ। ਉਹ ਆਪਾਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਪ੍ਰੇਮ ਨਾਲ ਕਹੋ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਦਾ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰਨ। ਗੱਜ ਕੇ ਫਤਿਹ ਬੁਲਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।